हेलो स्टूडेंट्स, मैं दीपाली बीएम साइंस आज ਤੁਹਾਡੇ ਸਾਹਮਣੇ एनटीएससी बेस्ड ਅਸਾਈਨਮੈਂਟ ਆਫ ਚੈਪਟਰ 12 that is ਇਲੈਕਟ੍ਰਿਸਿਟੀ ਲੈ ਕੇ ਹਾਜ਼ਰ ਹੋਈ ਹਾਂ। ਅਨਡਾਊਟਡਲੀ ਬੇਟੇ ਤੁਹਾਨੂੰ ਇਹ ਚੈਪਟਰ ਬਹੁਤ ਚੰਗੇ ਤਰੀਕੇ ਨਾਲ ਆਂਦਾ ਹੈ, ਬਟ ਅੱਜ ਦੀ ਕਲਾਸ ਦਾ ਪਰਪਸ ਹੈ ਕਿ ਬਿਫੋਰ ਐਮਸੀਕਿਊਜ਼ ਅਸੀਂ ਤੁਹਾਨੂੰ ਕਰਾਈਏ, ਉਸ ਤੋਂ ਪਹਿਲੇ ਇਸ ਪੂਰੇ ਚੈਪਟਰ ਦੇ ਮੇਨ ਕਨਸੈਪਟਸ ਦਾ ਇੱਕ ਰਿਵਿਊ ਤੁਹਾਨੂੰ ਦੇ ਦਿੱਤਾ ਜਾਵੇ। ਸੋ ਅੱਜ ਦੀ ਕਲਾਸ ਵਿੱਚ ਸਾਡਾ ਫੋਕਸ ਰਹੇਗਾ NTSC ਐਗਜ਼ਾਮ ਤੇ which is to be held on 13 December 2020। ਕਲਾਸ ਵਿੱਚ ਜਿਹੜੇ ਟੌਪਿਕਸ ਤੇ ਅਸੀਂ ਖਾਸ ਤੌਰ ਤੇ ਧਿਆਨ ਦੇਣਾ ਹੈ that is ਬਿਜਲੀ, ਬਿਜਲੀ ਧਾਰਾ, ਪੋਟੈਂਸ਼ੀਅਲ ਅੰਤਰ, ਬਿਜਲਈ ਪੋਟੈਂਸ਼ੀਅਲ, ਵੋਲਟ ਮੀਟਰ, ਓਮ ਦਾ ਨਿਯਮ, ਰਿਓਸਟੈਟ, ਚਾਲਕ ਦਾ ਪ੍ਰਤੀਰੋਧ ਕਿਨ ਫੈਕਟਰਸ ਤੇ ਨਿਰਭਰ ਕਰਦਾ ਹੈ, ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਤੇ ਬਿਜਲਈ ਸ਼ਕਤੀ। आओ बेटा ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲੇ ਬੇਟੇ ਬਿਜਲੀ that is electricity। ਹੁਣ ਇਲੈਕਟ੍ਰਿਸਿਟੀ ਦਾ ਜਿਹੜਾ ਕਨਸੈਪਟ ਹੈ ਉਹ ਰਿਲੇਟਡ ਹੈ ਟੂ ਚਾਰजेस। ਸੋ ਚਾਰजेस ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ, ਉਹਨਾਂ ਦਾ ਜਿਹੜਾ ਅਧਿਐਨ ਕਰਦੇ ਹਾਂ that is basically electricity। now if I come to ਚਾਰਜ ਕਿੰਨੇ ਪ੍ਰਕਾਰ ਦੇ ਸਾਡੇ ਆਲੇ ਦੁਆਲੇ ਅਵੇਲੇਬਲ ਨੇ, ਮੇਨਲੀ ਆਫ ਟੂ ਟਾਈਪਸ, ਪੋਜ਼ਿਟਿਵ ਐਂਡ ਨੈਗੇਟਿਵ। ਅਗਰ ਅਸੀਂ ਪੋਜ਼ਿਟਿਵ ਚਾਰਜ ਯਾਨੀ ਕਿ ਧਨ ਚਾਰਜ ਬਾਰੇ ਗੱਲ ਕਰੀਏ ਤੇ ਸਾਨੂੰ ਸਭ ਤੋਂ ਸੂਟੇਬਲ ਐਗਜ਼ਾਮਪਲ ਪ੍ਰੋਟੋਨ ਦਾ ਲੱਗਦਾ ਹੈ, ਤੇ ਜੇ ਅਸੀਂ ਨੈਗੇਟਿਵ ਯਾਨੀ ਕਿ ਰਿਨ ਚਾਰਜ ਬਾਰੇ ਗੱਲ ਕਰੀਏ ਤੇ ਸਾਨੂੰ ਬੈਸਟ ਐਗਜ਼ਾਮਪਲ ਇਲੈਕਟ੍ਰੋਨ ਦਾ ਲੱਗਦਾ ਹੈ। ਅਗਰ ਇਹਨਾਂ ਦੇ ਚਾਰਜ ਦੇ ਮੈਗਨੀਟਿਊਡ ਬਾਰੇ ਗੱਲ ਕਰੀਏ that is 1.6 into 10 raised to power minus 19 coulombs, ਰਾਈਟ, ਜਿਹਨੂੰ ਬੇਟਾ ਸਮਾਲ e ਨਾਲ ਦਰਸਾਇਆ ਜਾਂਦਾ ਹੈ। I must say ਕਿ ਪ੍ਰੋਟੋਨ ਤੇ ਇਲੈਕਟ੍ਰੋਨ ਦੋਨਾਂ ਦਾ ਜਿਹੜਾ ਚਾਰਜ ਦਾ ਮੈਗਨੀਟਿਊਡ ਹੈ ਉਹ ਸੇਮ ਹੈ। ਸੋ ਫਰਕ ਕਿੱਥੇ ਲਾਈ ਕਰਦਾ ਹੈ, ਸਿਰਫ ਪੋਜ਼ਿਟਿਵ ਤੇ ਨੈਗੇਟਿਵ ਵਿੱਚ। that is ਜਿਵੇਂ ਤੁਸੀਂ ਸਲਾਈਡ ਤੇ ਦੇਖ ਰਹੇ ਹੋ ਕਿ ਪ੍ਰੋਟੋਨ ਦਾ ਚਾਰਜ ਅਸੀਂ ਪਲੱਸ E ਨਾਲ ਦਰਸਾਈਦਾ ਹੈ ਤੇ ਇਲੈਕਟ੍ਰੋਨ ਦਾ ਚਾਰਜ ਮਾਈਨਸ E ਨਾਲ ਦਰਸਾਈਦਾ ਹੈ, where E stands for electronic charge ਤੇ ਉਹਦੀ ਵੈਲਿਊ ਕਿੰਨੀ ਹੁੰਦੀ ਹੈ 1.6 into 10 raised to power minus 19 coulombs। ਮੂਵਿੰਗ ਨੈਕਸਟ, ਬਿਜਲਈ ਧਾਰਾ, ਜਿਹਨੂੰ ਜ਼ਿਆਦਾ ਕਾਮਨਲੀ ਅਸੀਂ ਕਰੰਟ ਕਹਿੰਦੇ ਹਾਂ। ਸੋ ਐਕਚੁਅਲੀ ਕਰੰਟ ਨੂੰ ਸਭ ਤੋਂ ਸਿੰਪਲ ਵੇ ਨਾਲ ਡਿਫਾਈਨ ਕਰਨਾ ਹੋਏ ਤੇ ਅਸੀਂ ਇਹ ਕਹਿੰਦੇ ਆ ਰੇਟ ਆਫ ਫਲੋ ਆਫ ਚਾਰਜ। ਰੇਟ ਮੀਨਸ ਟਾਈਮ ਦੇ ਅਕੋਰਡਿੰਗਲੀ। ਸੋ ਕਿੰਨਾ ਚਾਰਜ ਫਲੋ ਕੀਤਾ ਸਪੈਸੀਫਿਕ ਟਾਈਮ ਵਿੱਚ, ਉਹਨੂੰ ਅਸੀਂ ਬਿਜਲਈ ਧਾਰਾ ਕਹਿੰਦੇ ਹਾਂ। ਬਿਜਲੀ ਚਾਰਜ ਦੇ ਪ੍ਰਵਾਹ ਦੀ ਦਰ ਨੂੰ ਬਿਜਲਈ ਧਾਰਾ ਕਿਹਾ ਜਾਂਦਾ ਹੈ। ਜੇ ਅਸੀਂ ਇਹਨੂੰ ਮੈਥਮੈਟੀਕਲ ਸ਼ੇਪ ਦੇਣੀ ਹੈ, ਸੋ ਇਹਦੇ ਸਿੰਬੋਲਿਕਸ ਵਿੱਚ ਇੱਕ ਫਾਰਮੂਲਾ ਫਰੇਮ ਕੀਤਾ ਜਾ ਸਕਦਾ ਹੈ ਬੇਟੇ। ਬਿਜਲਈ ਧਾਰਾ ਕਰੰਟ ਨੂੰ ਅਸੀਂ I ਨਾਲ ਦਰਸਾਉਂਦੇ ਹਾਂ, ਚਾਰਜ ਨੂੰ Q ਨਾਲ, ਟਾਈਮ ਨੂੰ T ਨਾਲ। ਸੋ ਫਾਰਮੂਲਾ ਕੀ ਬਣ ਗਿਆ ਬੇਟਾ, I ਬਰਾਬਰ Q ਬਟਾ T। that is very very simple ਔਰ ਇਸ ਤੇ ਬੇਸ ਸਿੰਪਲ ਨਿਊਮੈਰੀਕਲਸ ਵੀ ਡਿਵੈਲਪ ਹੁੰਦੇ ਆ। ਮੂਵਿੰਗ ਫਰਦਰ that is ਕਿ ਅਗਰ ਅਸੀਂ ਇਹਨਾਂ ਸਾਰਿਆਂ ਦੀ ਇਕਾਈਆਂ ਨੂੰ ਜਾਣਦੇ ਹਾਂ ਤੇ ਉਹਨਾਂ ਦੇ ਟਰਮਸ ਵਿੱਚ ਵੀ ਇੱਕ ਰਿਲੇਸ਼ਨ ਡਿਵੈਲਪ ਹੋ ਸਕਦਾ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਕਰੰਟ ਦਾ ਜਿਹੜੀ SI ਯੂਨਿਟ ਹੈ, ਇਕਾਈ ਹੈ that is ਐਂਪੀਅਰ, ਚਾਰਜ ਦੀ ਕੂਲਮ ਤੇ ਟਾਈਮ ਦੀ ਸੈਕਿੰਡ। ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਾਈਂਡ ਵਿੱਚ ਰੱਖਦੇ ਹੋਏ ਅਸੀਂ I ਦੀ ਜਗ੍ਹਾ ਤੇ ਬੇਟਾ 1 ਐਂਪੀਅਰ ਲਿਖਤਾ, Q ਦੀ ਜਗ੍ਹਾ ਤੇ 1 ਕੂਲਮ ਲਿਖਤਾ ਤੇ ਟਾਈਮ ਦੀ ਜਗ੍ਹਾ ਤੇ 1 ਸੈਕਿੰਡ ਲਿਖਤਾ। ਸੋ ਵੈਰੀ ਕਲੀਅਰਲੀ ਆਈ ਥਿੰਕ ਤੁਸੀਂ ਰਿਲੇਟ ਕਰ ਪਾ ਰਹੇ ਹੋ ਕਿ I is equal to Q by T ਤੋਂ ਅਸੀਂ ਫਰੇਮ ਕਰ ਲਿਆ ਇੱਕ ਰਿਲੇਸ਼ਨ ਬਿਟਵੀਨ ਦ ਯੂਨਿਟਸ that is 1 ampere is equal to 1 coulomb upon 1 second। ਮੂਵਿੰਗ ਨੈਕਸਟ, ਸਾਨੂੰ ਇਹ ਵੀ ਆਈਡੀਆ ਹੋਣਾ ਚਾਹੀਦਾ ਹੈ ਕਿ ਜੇ ਕਿਸੇ ਵੀ ਕੰਡਕਟਰ ਵਿੱਚੋਂ ਬਹੁਤ ਹੀ ਮਾਈਨਰ ਕਰੰਟ ਫਲੋ ਕਰ ਰਿਹਾ, ਮੀਨਸ ਬਹੁਤ ਘੱਟ ਕਰੰਟ ਫਲੋ ਕਰ ਰਿਹਾ, ਤੇ ਬੇਟੇ ਉਹਨੂੰ ਅਸੀਂ ਐਂਪੀਅਰਸ ਵਿੱਚ ਮੇਜਰ ਨਹੀਂ ਕਰ ਪਾਵਾਂਗੇ। ਸਾਨੂੰ ਉਹਦੇ ਵਾਸਤੇ ਛੋਟੇ ਯੂਨਿਟਸ ਦੀ ਲੋੜ ਪਏਗੀ। ਹੁਣ ਛੋਟੇ ਯੂਨਿਟਸ ਜਿਹੜੇ ਕਾਮਨਲੀ ਯੂਜ਼ ਹੁੰਦੇ ਆ ਉਹ ਹੈਗੇ ਮਿਲੀ ਐਂਪੀਅਰ ਤੇ ਮਾਈਕਰੋ ਐਂਪੀਅਰ। ਹੁਣ ਮਿਲੀ ਐਂਪੀਅਰ ਤੇ ਮਾਈਕਰੋ ਐਂਪੀਅਰ ਐਂਪੀਅਰ ਦੇ ਨਾਲ ਕਿੱਦਾਂ ਰਿਲੇਟਡ ਹੈ, ਉਹ ਦੋਨੋਂ ਚੀਜ਼ਾਂ ਅਸੀਂ ਸਲਾਈਡ ਤੇ ਸ਼ੋ ਕੀਤੀਆਂ। 1 milliampere that is equal to 10 raised to power minus 3 amperes and 1 microamperes is equal to 10 raised to power minus 6 amperes। ਪਰੰਪਰਾ ਅਨੁਸਾਰ ਕਿਸੇ ਬਿਜਲਈ ਸਰਕਟ ਵਿੱਚ ਇਲੈਕਟ੍ਰੋਨ ਦੇ ਪ੍ਰਵਾਹ ਦੀ ਦਿਸ਼ਾ ਤੇ ਉਲਟ ਦਿਸ਼ਾ ਨੂੰ ਬਿਜਲੀ ਦੀ ਧਾਰਾ ਦੀ ਦਿਸ਼ਾ ਮੰਨਿਆ ਜਾਂਦਾ ਹੈ। ਹੁਣ ਇਸ ਪੁਆਇੰਟ ਨੂੰ ਮੈਂ ਥੋੜਾ ਜਿਹਾ ਸਿੰਪਲੀਫਾਈ ਕਰਨਾ ਚਾਹੁੰਦੀ ਹਾਂ ਬੇਟੇ। ਜੇ ਅਸੀਂ ਕਰੰਟ ਦੀ ਡਾਇਰੈਕਸ਼ਨ ਬਾਰੇ ਗੱਲ ਕਰੀਏ, ਸਭ ਤੋਂ ਪਹਿਲੇ
ਸਾਡੇ ਮਨ ਵਿੱਚ ਇਹ ਇੱਕ ਕੁਐਸਚਨ ਮਾਰਕ ਆਉਣਾ ਚਾਹੀਦਾ ਹੈ ਕਿ ਕਰੰਟ ਤੇ ਇੱਕ ਸਕੇਲਰ ਕੁਆਂਟੀਟੀ ਹੈ ਤੇ ਸਕੇਲਰ ਕੁਆਂਟੀਟੀ ਦਾ ਸਿਰਫ ਤੇ ਸਿਰਫ ਮੈਗਨੀਟਿਊਡ ਹੁੰਦਾ ਹੈ। ਹੁਣ ਹਾਊ ਕਮ ਅਸੀਂ ਉਹਦੇ ਕਰੰਟ ਦੀ ਡਾਇਰੈਕਸ਼ਨ ਬਾਰੇ ਗੱਲ ਕਰ ਰਹੇ ਹਾਂ। ਇੱਥੇ ਕੀ ਹੈ ਕਿ ਆਪਣੀ ਕਨਵੀਨੀਅੰਸ ਵਾਸਤੇ ਕਿਸੇ ਵੀ ਸਰਕਟ ਨੂੰ ਸਟੱਡੀ ਕਰਨ ਵਾਸਤੇ ਇੱਕ ਰੂਲ ਬਣਾਇਆ ਗਿਆ, ਇੱਕ ਨਿਯਮ ਬਣਾਇਆ ਗਿਆ, ਇੱਕ ਕਨਵੈਨਸ਼ਨ ਸੈੱਟ ਕੀਤੀ ਗਈ ਕਿ ਕਰੰਟ ਹਮੇਸ਼ਾ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ ਨੈਗੇਟਿਵ ਟਰਮੀਨਲ ਵਾਲੇ ਪਾਸੇ ਜਾਏਗਾ। that means direction of current ਕੀ ਹੋ ਗਈ, from positive terminal to negative terminal of the battery। ਬਟ ਦੂਸਰੇ ਪਾਸੇ ਜੇ ਮੈਂ ਇਲੈਕਟ੍ਰੋਨਸ ਦਾ ਮੂਵਮੈਂਟ ਸਟੱਡੀ ਕਰਾਂ ਤੇ ਉਹ ਹਮੇਸ਼ਾ ਕਿੱਦਾਂ ਫਲੋ ਕਰਦੇ ਆ, ਫਰੋਮ ਨੈਗੇਟਿਵ ਟਰਮੀਨਲ ਟੂ ਪੋਜ਼ਿਟਿਵ ਟਰਮੀਨਲ। ਸੋ ਇਸ ਪੁਆਇੰਟ ਵਿੱਚ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਅਸੀਂ ਇਹਨਾਂ ਦੋਨਾਂ ਦੀ ਦਿਸ਼ਾਵਾਂ ਬਾਰੇ ਕਲੀਅਰ ਹਾਂ ਤੇ ਅਸੀਂ ਬੜੀ ਕਲੈਰਿਟੀ ਨਾਲ ਇਹ ਕਹਿ ਸਕਦੇ ਹਾਂ ਕਿ ਇਲੈਕਟ੍ਰੋਨਸ ਦਾ ਜਿਹੜਾ ਪ੍ਰਵਾਹ ਹੈ ਉਹ ਬਿਜਲੀ ਤਾਰਾਂ ਦੀ ਜਿਹੜੀ ਡਾਇਰੈਕਸ਼ਨ ਹੈ ਉਸ ਤੋਂ ਰਿਵਰਸ ਹੈ, ਉਸ ਤੋਂ ਉਲਟ ਹੈ। ਸੋ ਆਈ ਹੋਪ that is clear। ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦੀ ਹਾਂ ਬੇਟੇ, ਇਲੈਕਟ੍ਰੋਨਸ ਦਾ ਜਿਹੜਾ ਫਲੋ ਹੈ ਉਹਨੂੰ ਅਸੀਂ ਇੱਕ ਹੋਰ ਨਾਮ ਦੇ ਦਿੰਦੇ ਹਾਂ ਇਲੈਕਟ੍ਰੋਨਿਕ ਕਰੰਟ। ਤੇ ਜਿਹੜਾ ਅਸੀਂ ਜਨਰਲ ਚਾਰजेस ਦਾ ਕਰੰਟ ਸਟੱਡੀ ਕਰਦੇ ਹਾਂ ਉਹਨੂੰ ਅਸੀਂ ਨਾਮ ਦੇ ਦਿੰਦੇ ਹਾਂ ਕਨਵੈਨਸ਼ਨਲ ਕਰੰਟ। ਕਨਵੈਨਸ਼ਨਲ ਕਰੰਟ ਕਿਉਂ ਨਾਮ ਦਿੱਤਾ, ਕਿਉਂਕਿ ਅਸੀਂ ਆਪਣੇ ਕਨਵੈਨਸ਼ਨ ਤੋਂ ਉਹਨੂੰ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਹੈ। ਸੋ ਬ੍ਰੌਡਲੀ ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਕਿ ਕਨਵੈਨਸ਼ਨਲ ਕਰੰਟ ਇਜ਼ ਆਲਵੇਜ਼ opposite to electronic current। Moving next, ਐਮੀਟਰ ਇੱਕ ਅਜਿਹਾ ਬਿਜਲੀ ਯੰਤਰ ਹੈ ਜਿਹੜਾ ਬਿਜਲੀ ਤਾਰਾਂ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਹੁਣ ਜੇ ਮੈਂ ਬਿਜਲੀ ਤਾਰਾ ਯਾਨੀ ਕਿ ਕਰੰਟ ਨੂੰ ਮੇਜਰ ਕਰਨਾ ਹੋਏ ਤੇ ਮੈਨੂੰ ਇੱਕ ਡਿਵਾਈਸ, ਇੱਕ ਯੰਤਰ ਦੀ ਲੋੜ ਪਏਗੀ। ਉਸ ਯੰਤਰ ਦਾ ਨਾਮ ਕੀ ਹੈ ਬੇਟਾ, ਐਮੀਟਰ। ਜੇ ਇਹਨੂੰ ਸਰਕਟ ਵਿੱਚ ਕਿਤੇ ਵੀ ਦਰਸਾਉਣਾ ਹੋਏ ਤੇ ਉਹਨੂੰ ਕੈਪੀਟਲ A ਇੱਕ ਸਰਕਲ ਵਿੱਚ ਪਾ ਕੇ ਪੋਜ਼ਿਟਿਵ ਨੈਗੇਟਿਵ ਸ਼ੋ ਕਰਕੇ ਇਹਦਾ ਸਿੰਬੋਲਿਕ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਇੱਥੇ ਇੱਕ ਚੀਜ਼ ਹੋਰ ਐਡ ਕਰੋ ਕਿ ਐਮੀਟਰ ਨੂੰ ਜਦੋਂ ਸਰਕਟ ਵਿੱਚ ਜੋੜਨਾ ਹੈ ਤੇ ਕਿਸ ਤਰਤੀਬ ਨਾਲ ਜੋੜਨਾ ਹੈ, ਉਹਨੂੰ ਲੜੀਵਾਰ ਜੋੜਨਾ ਹੈ ਜਾਂ ਸਮਾਨਾਂਤਰ ਜੋੜਨਾ ਹੈ। ਸੋ ਯੂ ਸ਼ੁੱਡ ਬੀ ਵੈਰੀ ਕਲੀਅਰ ਕਿ ਐਮੀਟਰ ਨੂੰ ਹਮੇਸ਼ਾ ਹੀ ਸਰਕਟ ਵਿੱਚ ਲੜੀਵਾਰ ਲਗਾਇਆ ਜਾਂਦਾ ਹੈ। ਦੈਨ ਤੁਹਾਡੇ ਮਨ ਵਿੱਚ ਇਹ ਕੁਐਸਚਨ ਆਉਣਾ ਚਾਹੀਦਾ ਹੈ ਕਿ ਲੜੀਵਾਰ ਹੀ ਕਿਉਂ ਲਗਾਉਂਦੇ ਆ। ਤੁਸੀਂ ਇੰਨੀ ਸਟੱਡੀ ਤੇ ਕਰ ਚੁੱਕੇ ਹੋ ਕਿ ਜਿਹੜਾ ਸੀਰੀਜ਼ ਦਾ ਸਰਕਟ ਹੁੰਦਾ ਹੈ, ਲੜੀਵਾਰ ਜਿਹੜਾ ਸਰਕਟ ਹੁੰਦਾ ਹੈ, ਉਹਦੇ ਵਿੱਚ ਬੇਟੇ ਕਰੰਟ ਦੀ ਜਿਹੜੀ ਵੈਲਿਊ ਹੈ ਉਹ ਸੇਮ ਰਹਿੰਦੀ ਹੈ, ਰਾਈਟ। ਹੁਣ ਮੈਂ ਜਿਹੜਾ ਡਿਵਾਈਸ ਮੈਂ ਯੂਜ਼ ਕਰ ਰਹੀ ਹਾਂ ਉਸ ਡਿਵਾਈਸ ਤੋਂ ਮੈਂ ਜੋ ਚੀਜ਼ ਵੀ ਮੇਜਰ ਕਰਨਾ ਚਾਹੁੰਦੀ ਹਾਂ, ਮੈਂ ਚਾਹਾਂਗੀ ਨਾ ਕਿ ਉਹਦੀ ਪੂਰੀ ਰੀਡਿੰਗ ਉਹਦੇ ਵਿੱਚ ਆਏ, ਤਾਂ ਹੀ ਤਾਂ ਮੈਂ ਕਰੈਕਟ ਮੈਜਰਮੈਂਟ ਕਰ ਪਾਵਾਂਗੀ। that is a reason ਕਿ ਐਮੀਟਰ ਨੇ ਕਰੰਟ ਨੂੰ ਮੇਜਰ ਕਰਨਾ ਹੈ ਤੇ ਕਰੰਟ ਜਿਹੜਾ ਹੈ ਉਹ ਸੀਰੀਜ਼ ਸੈਟਅਪ ਵਿੱਚ ਸੇਮ ਰਹਿੰਦਾ ਹੈ। that is why it is always connected in series। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਐਡ ਕਰਨੀ ਹੈ ਕਿ ਐਮੀਟਰ ਦੀ ਜੇ ਕੋਈ ਤੁਹਾਨੂੰ ਪੁੱਛ ਲੇ ਕਿ ਰੈਜ਼ਿਸਟੈਂਸ ਕਿੰਨੀ ਹੁੰਦੀ ਹੈ, that is always zero resistance। ਮੀਨਸ ਇਹ ਬਿਲਕੁਲ ਵੀ ਆਪੋਜੀਸ਼ਨ ਨਹੀਂ ਦਿੰਦਾ ਟੂ ਦ ਫਲੋ ਆਫ ਦ ਕਰੰਟ। ਸਾਰੇ ਦਾ ਸਾਰਾ ਕਰੰਟ ਇਹਦੇ ਵਿੱਚੋਂ ਫਲੋ ਕਰੇਗਾ ਤਾਂ ਜੋ ਇਹ ਸਾਨੂੰ ਬਿਲਕੁਲ ਐਗਜ਼ੈਕਟ ਰੀਡਿੰਗ ਦੇ ਪਾਏ। ਮੂਵਿੰਗ ਨੈਕਸਟ, ਕਿਸੇ ਬਿਜਲਈ ਤਾਰਾ ਦੇ ਲਗਾਤਾਰ ਅਤੇ ਬੰਦ ਪਥ ਨੂੰ ਬਿਜਲਈ ਸਰਕਟ ਕਹਿੰਦੇ ਹਾਂ। ਸੋ ਇਲੈਕਟ੍ਰੀਕਲ ਸਰਕਟ ਦੀ ਗੱਲ ਇੱਥੇ ਹੋ ਰਹੀ ਹੈ। ਇਲੈਕਟ੍ਰੀਕਲ ਸਰਕਟ ਆਮ ਭਾਸ਼ਾ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਸਾਨੂੰ ਚੱਲਣ ਵਾਸਤੇ ਇੱਕ ਸੜਕ ਚਾਹੀਦੀ ਹੈ, ਇੱਕ ਰਸਤਾ ਚਾਹੀਦਾ ਹੈ, ਏਦਾਂ ਹੀ ਬੇਟੇ ਕਰੰਟ ਨੂੰ ਵੀ ਚੱਲਣ ਵਾਸਤੇ ਇੱਕ ਰਸਤਾ ਚਾਹੀਦਾ ਹੈ। ਉਸ ਰਸਤੇ ਨੂੰ ਅਸੀਂ ਬਿਜਲਈ ਸਰਕਟ ਕਹਿੰਦੇ ਹਾਂ। ਹੁਣ ਇਹ ਬਿਜਲਈ ਸਰਕਟ ਜਿਹੜਾ ਹੈ ਇਹ ਦੋ ਪ੍ਰਕਾਰ ਦਾ ਹੋ ਸਕਦਾ ਹੈ, ਓਪਨ ਐਂਡ ਕਲੋਜ਼ਡ। ਓਪਨ ਸਰਕਟ ਦਾ ਮਤਲਬ ਹੈ ਸਵਿਚ ਆਫ ਹੈ। ਦੂਸਰੇ ਪਾਸੇ ਜੇ ਮੈਂ ਕਲੋਜ਼ ਸਰਕਟ ਦੀ ਗੱਲ ਕਰ ਰਹੀ ਹਾਂ, that is ਕਿ ਸਵਿਚ ਔਨ ਹੈ। ਕਿਉਂ, ਜਦੋਂ ਅਸੀਂ ਸਰਕਟ ਔਨ ਕਰਦੇ ਹਾਂ ਤੇ ਸਾਡਾ ਸਰਕਟ ਕੰਪਲੀਟ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿੱਚੋਂ ਕਰੰਟ ਫਲੋ ਕਰਦਾ ਹੈ ਤੇ ਜਿਹੜੀ ਵੀ ਡਿਵਾਈਸ ਦਾ ਉਹ ਸਵਿਚ ਹੈ ਉਹ ਚੀਜ਼ ਰਨ ਕਰਦੀ ਹੈ। ਠੀਕ ਹੈ, ਇਹਨੂੰ ਇਸ ਤਰੀਕੇ ਵੀ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਅਸੀਂ ਕਿਸੇ ਰਸਤੇ ਤੇ ਜਾ ਰਹੇ ਹਾਂ ਤੇ ਸਾਨੂੰ ਰਸਤੇ ਵਿੱਚ ਕੋਈ ਵੀ ਖਾਈ ਮਿਲ ਜਾਂਦੀ ਹੈ, ਅਸੀਂ ਉਸ ਖਾਈ ਵਿੱਚੋਂ ਜੰਪ ਕਰਕੇ ਨਹੀਂ ਜਾ ਸਕਦੇ, ਮੀਨਸ ਸਾਨੂੰ ਉੱਥੇ ਰੁਕਣਾ ਪਏਗਾ। ਠੀਕ ਹੈ, ਏਦਾਂ ਹੀ ਕਰੰਟ ਹੈ। ਜੇ ਕਰੰਟ ਨੂੰ ਕਿਤੇ ਤਾਰ ਟੁੱਟੀ ਮਿਲ ਰਹੀ ਹੈ, ਰਾਈਟ, ਦੈਟ ਮੀਨਸ ਉੱਥੇ ਇੱਕ ਬ੍ਰੇਕੇਜ ਆ ਗਈ, ਇੱਕ ਖਾਈ ਆ ਗਈ, ਸੋ ਕਰੰਟ ਵੀ ਅੱਗੇ ਪਾਸ ਨਹੀਂ ਹੋ ਪਾਏਗਾ।
ਸੋ ਪਲੀਜ਼ ਇਹਨੂੰ ਆਪਣੇ ਨਾਰਮਲ ਸਿਸਟਮ ਨਾਲ ਰਿਲੇਟ ਕਰਕੇ ਜੇ ਕਰੋਗੇ ਤਾਂ ਆਈ ਹੋਪ ਤੁਹਾਡੇ ਤੋਂ ਗਲਤੀ ਕਦੇ ਵੀ ਨਹੀਂ ਹੋਏਗੀ। ਮੂਵਿੰਗ ਨੈਕਸਟ, ਪੋਟੈਂਸ਼ੀਅਲ ਅੰਤਰ। ਬੇਟੇ ਇਸ ਟੌਪਿਕ ਨੂੰ ਮੈਂ ਪ੍ਰੈਫਰ ਕਰਾਂਗੀ ਕਿ ਜਿਹੜਾ ਨੈਕਸਟ ਟੌਪਿਕ ਹੈ ਬਿਜਲਈ ਪੋਟੈਂਸ਼ੀਅਲ, ਉਹਦੇ ਨਾਲ ਕੋਰਿਲੇਟ ਕਰਕੇ ਤੁਹਾਨੂੰ ਕਲੈਰਿਟੀ ਦੇਵਾਂ। ਬੇਸਿਕਲੀ ਇਹ ਦੋਨੋਂ ਟਰਮਸ ਸੇਮ ਹੀ ਹੈਗੀਆਂ, ਆਈ ਸ਼ੁਡ ਸੇ। that is ਕਿ ਪੋਟੈਂਸ਼ੀਅਲ ਅੰਤਰ ਜਾਂ ਬਿਜਲਈ ਪੋਟੈਂਸ਼ੀਅਲ ਇੱਕ ਤਰ੍ਹਾਂ ਦੇ ਵਰਕ ਨੇ, ਕੰਮ ਨੇ, right? It is basically defined as work done in carrying charge from one point to another point या फिर from infinity to a particular point। मैं रिपीट करदी हाँ बेटे, जे एक इकाई चार्ज है मेरे कोल, मैं ਉਹਨੂੰ ਇੱਕ ਬਿੰਦੂ ਤੋਂ ਚੱਕ ਕੇ ਦੂਸਰੇ ਬਿੰਦੂ ਤੱਕ ਲੈ ਕੇ ਜਾਣਾ ਹੈ, ਉਹਨੂੰ ਮੈਂ ਪੋਟੈਂਸ਼ੀਅਲ ਅੰਤਰ ਕਵਾਂਗੀ। ਦੂਸਰੇ ਪਾਸੇ ਜੇ ਉਸੇ ਇਕਾਈ ਚਾਰਜ ਨੂੰ ਅਨੰਤ ਤੋਂ ਚੱਕ ਕੇ ਮੈਂ ਕਿਸੇ ਨੋਨ ਪੁਆਇੰਟ ਤੇ ਲੈ ਕੇ ਆਣਾ ਹੈ, ਉਹਨੂੰ ਮੈਂ ਬੇਟਾ ਜੀ ਬਿਜਲਈ ਪੋਟੈਂਸ਼ੀਅਲ ਕਵਾਂਗੀ। ਜੇ ਮੈਂ ਬਿਜਲਈ ਪੋਟੈਂਸ਼ੀਅਲ ਦਾ ਚਿੰਨ ਦੱਸਾਂ, that is V, right? ਔਰ ਜੇ ਮੈਂ ਪੋਟੈਂਸ਼ੀਅਲ ਅੰਤਰ ਦਾ ਸਿੰਬਲ ਦੱਸਾਂ, that is delta V। ਸੋ ਅਦਰਵਾਈਜ਼ ਦੋਨਾਂ ਦਾ ਜਿਹੜਾ ਫਾਰਮੂਲਾ ਹੈ ਉਹ ਸੇਮ ਹੁੰਦਾ ਹੈ, that is W by Q। W ਕੀ ਦਰਸਾ ਰਿਹਾ ਬੇਟੇ? ਕੰਮ, that is ਕਾਰਜ, ਤੇ Q ਕੀ ਦਰਸਾ ਰਿਹਾ? ਚਾਰਜ। ਕਿੰਨਾ ਚਾਰਜ ਹੈ ਜਿਹਨੂੰ ਤੁਸੀਂ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੇ ਜਾਂ ਫਿਰ ਅਨੰਤ ਤੋਂ ਕਿਸੇ ਬਿੰਦੂ ਤੇ ਲੈ ਕੇ ਆ ਰਹੇ ਹੋ, that is ਉਸ ਲਈ ਜਿਹੜਾ ਵਰਕ ਡਨ ਤੁਸੀਂ ਕੀਤਾ ਹੈ, that is your potential ਅੰਤਰ ਜਾਂ ਬਿਜਲਈ ਪੋਟੈਂਸ਼ੀਅਲ। ਸੋ ਬ੍ਰੌਡਲੀ ਕਹੀਏ ਤੇ ਇਹਨਾਂ ਦੋਨਾਂ ਟਰਮਸ ਵਿੱਚ ਡਿਫਰੈਂਸ ਕੀ ਹੈ? ਇਹਨਾਂ ਦੀ ਲਿਮਿਟਸ ਦਾ। ਅਦਰਵਾਈਜ਼ ਕੁਆਂਟੀਟੀ ਵਾਈਜ਼, ਡਾਇਮੈਂਸ਼ਨ ਵਾਈਜ਼ ਇਹ ਦੋਨੋਂ ਸੇਮ ਹੈ। ਜੇ ਇਹਨਾਂ ਦੋਨਾਂ ਦੇ ਯੂਨਿਟਸ ਬਾਰੇ ਗੱਲ ਕਰੀਏ, ਇਕਾਈ ਬਾਰੇ ਗੱਲ ਕਰੀਏ, that is also same, it is volt। ਹੁਣ ਵੋਲਟ ਨੂੰ ਵੀ ਬੇਟਾ ਜੀ V ਨਾਲ ਹੀ ਦਰਸਾਈਦਾ ਹੈ। ਜਿਹੜਾ ਤੁਸੀਂ ਫਾਰਮੂਲਾ ਸਕਰੀਨ ਤੇ ਦੇਖ ਰਹੇ ਹੋ, that is V is equal to W by Q। ਇਸ ਤੋਂ ਮੈਂ ਇੱਕ ਯੂਨਿਟਸ ਦੇ ਟਰਮਸ ਵਿੱਚ ਰਿਲੇਸ਼ਨ ਡਿਵੈਲਪ ਕਰ ਸਕਦੀ ਹਾਂ। ਜਿਹੜਾ ਪੋਟੈਂਸ਼ੀਅਲ ਅੰਤਰ ਹੈ ਜਿਹਨੂੰ ਕਿ ਅਸੀਂ ਵੋਲਟ ਵਿੱਚ ਮਾਪਦੇ ਹਾਂ, ਉਹਨੂੰ ਅਸੀਂ 1 ਵੋਲਟ ਲਿਖ ਲਿਆ। ਜਿਹੜਾ W ਹੈ that is ਕਾਰਜ, ਉਹਨੂੰ ਅਸੀਂ ਜੂਲਸ ਵਿੱਚ ਮਾਪਦੇ ਹਾਂ ਤੇ ਉਹਨੂੰ ਬੇਟਾ 1 ਜਾਊਲ ਲਿਖ ਲਿਆ। ਇਸ ਤੋਂ ਇਲਾਵਾ ਜਿਹੜਾ Q ਹੈ that is ਚਾਰਜ, ਉਹਨੂੰ ਅਸੀਂ ਕੂਲਮਸ ਵਿੱਚ ਮਾਪਦੇ ਹਾਂ ਤੇ ਉਹਨੂੰ ਅਸੀਂ C ਲਿਖ ਲਿਆ। ਹੁਣ C ਦੀ ਘਾਤ ਕਿੰਨੀ ਪਾਈ ਹੈ? -1। that means it is in the denominator। so ਸਾਡਾ ਕੀ ਬਣ ਗਿਆ ਰਿਲੇਸ਼ਨ? 1 volt is equal to 1 joule per coulomb। ਸੋ ਆਈ ਹੋਪ ਇਹ ਦੋਨੋਂ ਟਰਮਸ ਕਦੇ ਵੀ ਅਲੱਗ-ਅਲੱਗ ਨਾ ਮੰਨਿਓ। ਸਿਰਫ ਇਹ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਕੋਈ ਸਟੇਟਮੈਂਟ ਪੜ੍ਹ ਰਹੇ ਹੋ, ਤੁਸੀਂ ਇਹ ਧਿਆਨ ਦੇਣਾ ਕਿ ਉਹਨਾਂ ਦੀ ਲਿਮਿਟਸ ਕੀ ਹੈਗੀਆਂ। ਜੇ ਤੇ ਇਨਫਿਨਿਟੀ ਲਿਖਿਆ ਕਿ ਇਨਫਿਨਿਟੀ ਟੂ ਕਿਸੇ ਪੁਆਇੰਟ ਤੱਕ ਲੈ ਕੇ ਆ ਰਹੇ ਹੋ, then you will believe ਕਿ ਉਹ ਬਿਜਲਈ ਪੋਟੈਂਸ਼ੀਅਲ ਹੈ। ਬਟ ਜੇ ਉਹ ਦੋਨੋਂ ਨੋਨ ਪੁਆਇੰਟਸ ਦੇ ਵਿਚਕਾਰ ਗੱਲਬਾਤ ਕਰ ਰਹੇ ਹੈ, then it is potential ਅੰਤਰ। ਨਾਓ ਜਿਸ ਤਰੀਕੇ ਨਾਲ ਬੇਟਾ ਕਰੰਟ ਨੂੰ ਮੈਜਰ ਕਰਨ ਲਈ ਅਸੀਂ ਇੱਕ ਡਿਵਾਈਸ ਬਾਰੇ ਗੱਲ ਕੀਤੀ ਸੀ, that was ਐਮਮੀਟਰ। ਇਸੇ ਤਰੀਕੇ ਨਾਲ ਜੇ ਮੈਂ ਪੋਟੈਂਸ਼ੀਅਲ ਅੰਤਰ ਜਾਂ ਬਿਜਲਈ ਪੋਟੈਂਸ਼ੀਅਲ ਨੂੰ ਮੈਜਰ ਕਰਨਾ ਹੋਵੇ ਤਾਂ ਉਸ ਕੇਸ ਵਿੱਚ ਅਸੀਂ ਕਿਹੜਾ ਡਿਵਾਈਸ ਯੂਜ਼ ਕਰਦੇ ਹਾਂ, that is ਵੋਲਟਮੀਟਰ। ਹੁਣ ਜਿੱਦਾਂ ਐਮਮੀਟਰ ਨੂੰ ਅਸੀਂ ਸਟੱਡੀ ਕੀਤਾ ਸੀ ਕਿ ਸੀਰੀਜ਼ ਵਿੱਚ ਲਗਾਇਆ ਜਾਂਦਾ ਹੈ, ਏਦਾਂ ਹੀ ਵੋਲਟਮੀਟਰ ਨੂੰ ਹਮੇਸ਼ਾ ਪੈਰਲਲ ਵਿੱਚ ਲਗਾਇਆ ਜਾਂਦਾ ਹੈ। ਅਗੇਨ ਕਮਸ ਦ ਰੀਜ਼ਨ ਕਿ ਕਿਉਂ ਪੈਰਲਲ ਵਿੱਚ ਲਗਾਇਆ ਜਾਂਦਾ। ਅਗੇਨ ਮੈਂ ਕੋਰਿਲੇਟ ਕਰਾਂਗੀ ਕਿ ਐਮਮੀਟਰ ਨੂੰ ਸੀਰੀਜ਼ ਵਿੱਚ ਇਸ ਲਈ ਲਾਇਆ ਗਿਆ ਸੀ ਕਿਉਂਕਿ ਸੀਰੀਜ਼ ਵਿੱਚ ਕਰੰਟ ਸੇਮ ਰਹਿੰਦਾ ਹੈ ਤੇ ਐਮਮੀਟਰ ਨੇ ਕਰੰਟ ਹੀ ਮਾਪਣਾ ਹੈ। ਇਸੇ ਤਰੀਕੇ ਨਾਲ ਵੋਲਟਮੀਟਰ ਵੋਲਟੇਜ ਨੂੰ ਮਾਪਦਾ ਹੈ ਤੇ ਵੋਲਟੇਜ ਬੇਟਾ ਜੀ ਸਮਾਨਾਂਤਰ ਤਰਤੀਬ ਨਾਲ ਜੋੜਨ ਤੇ ਹੀ ਸੇਮ ਰਹਿੰਦੀ ਹੈ। ਸੋ that is the reason ਕਿ ਇਹਨੂੰ ਹਮੇਸ਼ਾ ਹੀ ਸਮਾਨਾਂਤਰ ਜੋੜਿਆ ਜਾਏਗਾ। ਇੱਕ ਇੱਥੇ ਪੁਆਇੰਟ ਹੋਰ ਐਡ ਕਰ ਦਿੰਨੀ ਆ, that is ਕਿ ਜੇ ਕੋਈ ਤੁਹਾਨੂੰ ਵੋਲਟਮੀਟਰ ਦੀ ਰੈਜ਼ਿਸਟੈਂਸ ਪੁੱਛਦਾ ਹੈ ਕਿ ਉਹ ਕਿੰਨੀ ਹੈ, that is infinite। ਮੂਵਿੰਗ ਨੈਕਸਟ, ਓਮ ਦਾ ਨਿਯਮ। ਹੁਣ ਤੁਸੀਂ ਬੇਟੇ ਇਸ ਚੈਪਟਰ ਦੇ ਦੋ ਇੰਪੋਰਟੈਂਟ ਟਰਮਸ ਅੱਛੇ ਤਰੀਕੇ ਨਾਲ ਰਿਵਿਊ ਕਰ ਚੁੱਕੇ ਹੋ, that is ਪੋਟੈਂਸ਼ੀਅਲ ਅੰਤਰ ਐਂਡ ਬਿਜਲਈ ਧਾਰਾ। ਹੁਣ ਓਮ ਇੱਕ ਬਹੁਤ ਵੱਡੇ ਵਿਗਿਆਨਕ ਸੀਗੇ, ਉਹਨਾਂ ਨੇ ਇਹਨਾਂ ਦੋਨਾਂ ਦੇ ਵਿੱਚ ਕੋਈ ਸੰਬੰਧ, ਰਿਲੇਸ਼ਨ ਫਾਈਂਡ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਿਸ ਨਤੀਜੇ ਤੇ ਪਹੁੰਚੇ ਕਿ ਇਹ ਦੋਨੋਂ ਚੀਜ਼ਾਂ, that is ਪੋਟੈਂਸ਼ੀਅਲ ਅੰਤਰ ਤੇ ਬਿਜਲਈ ਧਾਰਾ, ਇੱਕ ਦੂਸਰੇ ਤੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਮੀਨਸ ਸਿੱਧੇ ਅਨੁਪਾਤੀ ਹੈ। ਸੋ ਲੈਟ ਮੀ ਰੀਡ ਫਰੋਮ ਦ ਸਲਾਈਡ ਆਲਸੋ। ਕਿਸੇ ਧਾਤ ਦੀ ਤਾਰ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਉਸ ਤਾਰ ਦੇ ਸਿਰਿਆਂ ਵਿੱਚ ਦੇ ਪੋਟੈਂਸ਼ੀਅਲ ਅੰਤਰ ਦੇ ਸਿੱਧੇ ਅਨੁਪਾਤੀ ਹੁੰਦੀ ਹੈ, ਪਰੰਤੂ ਤਾਰ ਦਾ ਤਾਪਮਾਨ ਸਮਾਨ ਰਹਿਣਾ ਚਾਹੀਦਾ। Now just focus on this ਪਰੰਤੂ ਵਾਲਾ point, that is condition ਹੈ।
ਕੰਡੀਸ਼ਨ ਕਿਆ ਹੈ ਬੇਟੇ ਕਿ ਜੇ ਅਸੀਂ ਕਹਿ ਰਹੇ ਹਾਂ ਕਿ V ਪ੍ਰੋਪੋਰਸ਼ਨਲ ਟੂ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I ਹੈ ਤੇ ਉੱਤੇ ਕੰਡੀਸ਼ਨ ਅਪਲਾਈਡ ਹੈ ਕਿ ਜਿਹੜਾ ਟੈਂਪਰੇਚਰ in fact I should say pressure also so temperature and pressure conditions should be maintained ਕਿ ਜੇ ਉਹ ਇੱਕੋ ਜਿਹੀਆਂ ਰਹਿਣਗੀਆਂ ਤਾਂ ਅਸੀਂ ਜੇ ਇਹਨਾਂ ਦੋਨਾਂ ਪੈਰਾਮੀਟਰਸ ਨੂੰ ਸਟੱਡੀ ਕਰਦੇ ਹਾਂ ਤੇ ਕੀ ਦੇਖਿਆ ਜਾਂਦਾ ਹੈ ਕਿ ਦੋਨੋਂ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਮੀਨਸ ਇੱਕ ਨੂੰ ਵਧਾਓਗੇ ਤੇ ਦੂਸਰੀ ਚੀਜ਼ ਆਟੋਮੈਟਿਕਲੀ ਵੱਧ ਜਾਏਗੀ ਤੇ ਜੇ ਇੱਕ ਨੂੰ ਘਟਾਓਗੇ ਤੇ ਦੂਸਰੀ ਚੀਜ਼ ਵੀ ਘਟ ਜਾਏਗੀ ਮੂਵਿੰਗ ਨੈਕਸਟ ਤੁਸੀਂ ਇਸੇ ਸਟੈਪ ਤੋਂ ਅਗਲਾ ਸਟੈਪ ਦੇਖੋ that is ਬੇਟੇ V is equal to IR ਹੁਣ ਇਹ ਚੀਜ਼ ਤੁਸੀਂ ਮੈਥਮੈਟਿਕਸ ਵਿੱਚ ਵੀ ਸਿੱਖੀ ਹੈ ਕਿ ਜੇ ਅਸੀਂ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ is equal to ਵਿੱਚ ਚੇਂਜ ਕਰਨਾ ਹੋਵੇ ਤੇ ਹਮੇਸ਼ਾ ਰਾਈਟ ਸਾਈਡ ਤੇ ਕਿਸੇ ਸਥਿਰ ਅੰਕ ਨਾਲ ਉਹਨੂੰ ਗੁਣਾ ਕਰਨਾ ਪੈਂਦਾ ਹੈ ਤੇ ਇੱਥੇ ਜਿਹੜਾ ਸਥਿਰ ਅੰਕ ਹੈ ਉਹ ਕੀ ਹੈ R ਇਹਦਾ ਨਾਮ ਕੀ ਹੈ ਪ੍ਰਤੀਰੋਧ that is resistance ਸੋ ਸਾਡਾ ਓਮਸ ਲਾਅ ਦਾ ਸਟੈਂਡਰਡਾਈਜ਼ਡ ਫਾਰਮੂਲਾ ਜਿਹੜਾ ਅਸੀਂ ਯੂਜ਼ ਕਰਦੇ ਹਾਂ that is V is equal to IR where V stands for potential ਅੰਤਰ I for current and R for resistance right ਹੁਣ ਜੇ ਅਸੀਂ resistance ਦਾ ਫਾਰਮੂਲਾ ਡਿਜ਼ਾਈਨ ਕਰਨਾ ਹੋਏ ਸੋ ਇਸੇ ਤੋਂ ਅਸੀਂ ਰੀਅਰੇਂਜ ਕਰਕੇ ਬਣਾ ਸਕਦੇ ਹਾਂ ਕਿ R is equal to V upon I ਅਗਲੀ ਚੀਜ਼ ਬੇਟਾ ਜੇ ਅਸੀਂ ਰੈਜ਼ਿਸਟੈਂਸ ਦੀ ਇਕਾਈ ਬਾਰੇ ਗੱਲ ਕਰਨੀ ਹੋਏ ਤਾਂ ਉਹ ਵਿਗਿਆਨਿਕ ਦੇ ਨਾਮ ਦੇ ਉੱਤੇ ਹੀ ਰੱਖੀ ਗਈ ਹੈ that is ਰੈਜ਼ਿਸਟੈਂਸ ਦਾ ਯੂਨਿਟ ਹੈ ਓਮਸ ਤੇ ਓਮ ਦਾ ਬੇਟਾ ਜਿਹੜਾ ਸਿੰਬਲ ਹੈ that is very specific I hope ਤੁਸੀਂ ਇਹਨੂੰ ਪ੍ਰੈਕਟਾਈਜ਼ ਕੀਤਾ ਹੋਇਆ ਤੁਸੀਂ ਦੇਖ ਵੀ ਪਾ ਰਹੇ ਹੋ ਉਹਨੂੰ ਸਕਰੀਨ ਤੇ ਮੂਵਿੰਗ ਨੈਕਸਟ that is ਰਿਓਸਟੈਟ ਰਿਓਸਟੈਟ ਨੂੰ ਕਲੈਰਿਟੀ ਦਿੱਤੀ ਗਈ ਹੈ ਐਜ਼ ਪਰਿਵਰਤਨਸ਼ੀਲ ਪ੍ਰਤੀਰੋਧ ਪਰਿਵਰਤਨਸ਼ੀਲ ਮਤਲਬ ਜਿਹਨੂੰ ਬਦਲਿਆ ਜਾ ਸਕੇ ਇਹ ਇੱਕ ਯੰਤਰ ਹੈ ਜਿਹੜਾ ਬਿਜਲੀ ਸਰਕਟ ਵਿੱਚ ਪ੍ਰਤੀਰੋਧ ਨੂੰ ਬਦਲਣ ਨਾਲ ਬਿਜਲੀ ਤਾਰਾਂ ਦੇ ਪਰਿਮਾਣ ਨੂੰ ਬਦਲ ਦਿੰਦਾ ਹੈ ਮੀਨਸ ਇਹ ਇੱਕ ਇਦਾਂ ਦਾ ਡਿਵਾਈਸ ਹੈ ਜੇ ਅਸੀਂ ਇਹਨੂੰ ਸਰਕਟ ਵਿੱਚ ਲਗਾਵਾਂਗੇ ਤੇ ਇਹ ਸਾਡੀ ਰੈਜ਼ਿਸਟੈਂਸ ਦੀ ਵੈਲਿਊ ਨੂੰ ਬੇਟਾ ਚੇਂਜ ਕਰੇਗਾ ਐਂਡ ਕਰਸਪੋਂਡਿੰਗਲੀ ਇਹ ਕਰੰਟ ਦੀ ਵੈਲਿਊ ਨੂੰ ਵੀ ਬਦਲ ਦੇਗਾ ਜਾਂ ਫਿਰ ਇਹਦੀ ਦੂਸਰੀ ਡੈਫੀਨੇਸ਼ਨ ਵੀ ਦੇਖੋ ਇਹ ਵੋਲਟੇਜ ਸੋਮੇ ਨੂੰ ਬਿਨਾਂ ਬਦਲੇ ਬਿਜਲੀ ਤਾਰਾਂ ਨੂੰ ਪ੍ਰਵਾਹਿਤ ਕਰਨ ਵਾਲਾ ਯੰਤਰ ਹੈ that means ਅਸੀਂ ਕਰੰਟ ਨੂੰ ਮੇਨਲੀ ਚੇਂਜ ਕਰ ਸਕਦੇ ਹਾਂ ਜਾਂ ਮੈਨੂੰ ਕਹਿਣਾ ਚਾਹੀਦਾ ਕੰਟਰੋਲ ਕਰ ਸਕਦੇ ਹਾਂ ਵਿਦਆਊਟ ਡਿਸਟਰਬਿੰਗ ਦ ਸੋਰਸ ਆਫ ਵੋਲਟੇਜ ਉਹਨੂੰ ਮਤਲਬ ਅਸੀਂ ਮੇਨ ਕਹਿ ਸਕਦੇ ਹਾਂ ਕਿ ਇਹ ਡਿਵਾਈਸ ਅਸੀਂ ਯੂਜ਼ ਕਰ ਰਹੇ ਹਾਂ ਕਿ ਕਰੰਟ ਦੀ ਜਿਹੜੀ ਸਾਡੀ ਰਿਕੁਆਇਰਮੈਂਟ ਹੈ ਉਹ ਫੁੱਲਫਿਲ ਹੋ ਜਾਏ ਸਾਨੂੰ ਕਰੰਟ ਵੱਧ ਚਾਹੀਦਾ ਹੈ ਕਿ ਸਾਨੂੰ ਕਰੰਟ ਘੱਟ ਚਾਹੀਦਾ ਹੈ ਸੋ ਅਸੀਂ ਰਿਓਸਟੈਟ ਦੇ ਨਾਲ ਉਹਨੂੰ ਐਡਜਸਟ ਕਰ ਸਕਦੇ ਹਾਂ ਮੂਵਿੰਗ ਨੈਕਸਟ ਇਜ਼ ਬਿਜਲੀ ਚਾਲਕ ਬਿਜਲੀ ਚਾਲਕ that is good conductors of electricity ਉਹ ਪਦਾਰਥ ਜਿਨ੍ਹਾਂ ਨੂੰ ਬਿਜਲੀ ਧਾਰਾ ਪ੍ਰਵਾਹਿਤ ਜਿਨ੍ਹਾਂ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਸੋ ਜਿਨ੍ਹਾਂ ਵਿੱਚੋਂ ਬਹੁਤ ਕੰਫਰਟੇਬਲੀ ਬਿਜਲੀ ਧਾਰਾ ਕਰੰਟ ਫਲੋ ਕਰ ਸਕਦਾ ਹੈ that is conductors ਸੋ ਆਫ ਕੋਰਸ ਅਗਰ ਇਹਨਾਂ ਵਿੱਚੋਂ ਬੜੀ ਕਨਵੀਨੀਐਂਟਲੀ ਬੇਟਾ ਜੀ ਕਰੰਟ ਫਲੋ ਕਰ ਰਿਹਾ ਹੈ ਤਾਂ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਪ੍ਰਤੀਰੋਧ ਹੈ ਉਹ ਬਹੁਤ ਘੱਟ ਹੋਏਗਾ ਚਾਲਕਾਂ ਵਿੱਚ ਸੁਤੰਤਰ ਇਲੈਕਟ੍ਰੋਨ ਹੁੰਦੇ ਆ ਇਹ ਇੱਕ ਇੰਪੋਰਟੈਂਟ ਪੁਆਇੰਟ ਹੈ ਕਿ ਕੀ ਰੀਜ਼ਨ ਹੈ ਕਿ ਕੰਡਕਟਰਸ ਵਿੱਚੋਂ ਇੰਨਾ ਕਨਵੀਨੀਐਂਟਲੀ ਕਰੰਟ ਫਲੋ ਕਰਦਾ ਹੈ ਕਿਉਂਕਿ ਉਹਨਾਂ ਕੋਲ ਕੈਰੀਅਰਸ ਯਾਨੀ ਕਿ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ ਜੋ ਉਹਨਾਂ ਦਾ ਇਫੈਕਟ ਜਿਹੜਾ ਇੱਕ ਐਂਡ ਤੋਂ ਦੂਸਰੇ ਐਂਡ ਤੱਕ ਟਰੈਵਲ ਕਰਵਾਉਂਦੇ ਹੈ ਨੈਕਸਟ ਇਜ਼ ਬੇਟੇ ਨਾਈਕ੍ਰੋਮ ਨਾਈਕ੍ਰੋਮ ਵਾਇਰ ਬਾਰੇ ਤੁਸੀਂ ਬਹੁਤ ਸੁਣਿਆ ਹੈ ਹੁਣ ਨਾਈਕ੍ਰੋਮ ਮਟੀਰੀਅਲ ਹੈ ਕੀ is it a metal is it a non metal or it is a alloy it's actually a alloy ਹੁਣ alloy ਕੀ ਹੁੰਦਾ ਹੈ alloy ਹੁੰਦਾ ਹੈ ਕਿ different metals non metals ਦਾ ਜਿਹੜਾ combination ਹੁੰਦਾ ਹੈ ਤਾਂ ਕਿ ਇੱਕ ਨਵਾਂ ਮਟੀਰੀਅਲ ਕਹਿ ਲਓ ਕਿ ਡਿਜ਼ਾਈਨ ਕੀਤਾ ਜਾਂਦਾ ਹੈ ਬਾਈ ਕੰਬਾਈਨਿੰਗ ਫਿਊ ਮੈਟਲਸ ਐਂਡ ਨਾਨ ਮੈਟਲਸ ਸੋ ਦੈਟ ਜਿੱਦਾਂ ਦੀ ਪ੍ਰੋਪਰਟੀਜ਼ ਸਾਨੂੰ ਚਾਹੀਦੀਆਂ ਉਹ ਸਾਨੂੰ ਮਿਲ ਜਾਣ ਸੋ ਨਾਈਕ੍ਰੋਮ ਇੱਕ ਅਜਿਹਾ ਅਲੋਏ ਹੈ ਜੋ ਕਿ ਮੇਨਲੀ 4 ਕੰਪੋਨੈਂਟਸ ਦਾ ਬਣਿਆ ਹੁੰਦਾ ਹੈ ਨਿਕਲ ਕ੍ਰੋਮੀਅਮ ਮੈਂਗਨੀਜ਼ ਅਤੇ ਆਇਰਨ ਸੋ ਇਹਨਾਂ ਦੀ ਪਰਸੈਂਟੇਜ ਜਿਹੜੀ ਹੈ ਉਹ ਇਫ ਪੋਸੀਬਲ ਯੂ ਸ਼ੁਡ ਰਿਮੈਂਬਰ ਕਿ ਕਿੰਨਾ ਕਿੰਨਾ ਇਹਨਾਂ ਦਾ ਪਰਸੈਂਟੇਜ ਦਾ ਕੰਟਰੀਬਿਊਸ਼ਨ ਹੁੰਦਾ ਹੈ ਮੂਵਿੰਗ ਨੈਕਸਟ ਚਾਲਕ ਦਾ ਪ੍ਰਤੀਰੋਧ ਕਿਸ ਤੇ ਨਿਰਭਰ ਕਰਦਾ ਹੈ ਹੁਣ ਜਿੱਦਾਂ ਮੈਂ ਤੁਹਾਨੂੰ ਓਮਸ ਲਾਅ ਵਿੱਚ ਕਲੀਅਰ ਕੀਤਾ ਸੀ ਬੇਟੇ ਕਿ ਰੈਜ਼ਿਸਟੈਂਸ ਯਾਨੀ ਕਿ ਪ੍ਰਤੀਰੋਧ R is equal to V upon I ਉੱਥੇ ਇੱਕ ਕੁਐਸਚਨ ਅਰਾਈਜ਼ ਹੁੰਦਾ ਹੈ ਬੇਟੇ ਕਿ ਜੇ ਮੈਂ ਵੋਲਟੇਜ ਨੂੰ ਡਬਲ ਕਰਦਾ ਤੇ ਪ੍ਰਤੀਰੋਧ ਰੈਜ਼ਿਸਟੈਂਸ ਤੇ ਕੀ ਫਰਕ ਪਏਗਾ ਮੋਸਟਲੀ ਮੈਨੂੰ ਬੱਚੇ ਆਨਸਰ ਦਿੰਦੇ ਆ ਕਿ ਮੈਡਮ ਉਹ ਵੀ ਡਬਲ ਹੋ ਜਾਏਗਾ ਬਿਕੋਜ਼ R is equal to V ਉਹ ਡਾਇਰੈਕਟ ਪ੍ਰੋਪੋਰਸ਼ਨ ਵਿੱਚ ਹੈਗੇ
ਦੂਸਰੇ ਪਾਸੇ ਜੇ ਮੈਂ ਕੁਐਸਚਨ ਪੁੱਛ ਲਾਂ ਕਿ ਕਰੰਟ ਡਬਲ ਹੋ ਜਾਏਗਾ ਤੇ ਆਰ ਤੇ ਕੀ ਪ੍ਰਭਾਵ ਪਏਗਾ, ਤਾਂ ਉੱਥੇ ਬੱਚਿਆਂ ਦਾ ਅਕਸਰ ਆਨਸਰ ਆਂਦਾ ਹੈ ਕਿ ਮੈਡਮ R is equal to V upon I means I ਦੇ ਨਾਲ ਇਨਵਰਸ ਹੈ, ਸੋ ਉਹ ਜੀ ਹਾਫ ਹੋ ਜਾਏਗਾ। ਸੋ both the answers are actually incorrect। ਪੁਆਇੰਟ ਕੀ ਹੈ ਕਿ R is equal to V upon I, ਦੇਖਣ ਨੂੰ ਸਾਨੂੰ ਲੱਗਦਾ ਬੇਟਾ ਉਹ V ਤੇ ਡਿਪੈਂਡ ਕਰ ਰਿਹਾ, ਉਹ I ਤੇ ਡਿਪੈਂਡ ਕਰ ਰਿਹਾ ਹੈ, ਸੋ ਇੱਕ ਚੀਜ਼ ਚੇਂਜ ਹੋਏਗੀ ਤਾਂ ਆਟੋਮੈਟਿਕਲੀ ਰੈਜ਼ਿਸਟੈਂਸ ਚੇਂਜ ਹੋ ਜਾਏਗੀ, ਬਟ ਐਦਾਂ ਨਹੀਂ ਹੈ। ਕਿਉਂ? ਕਿਉਂਕਿ ਓਮ ਨੇ ਪਹਿਲੀ ਗੱਲ ਸਾਨੂੰ ਮੇਨ ਕੀ ਕਲੀਅਰ ਕੀਤੀ ਸੀ ਕਿ V I ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਮੀਨਸ ਜੇ V ਵਧੇਗਾ ਤਾਂ I ਵੀ ਵੱਧ ਜਾਏਗਾ, ਜਿਸ ਕਰਕੇ ਉਹਨਾਂ ਦੀ ਜਿਹੜੀ ਰੇਸ਼ੋ ਹੈ, ਉਹਨਾਂ ਦਾ ਜਿਹੜਾ ਅਨੁਪਾਤ ਹੈ, ਉਹ ਕਾਂਸਟੈਂਟ ਹੀ ਰਹੇਗਾ, ਜਿਸ ਕਰਕੇ ਅਸੀਂ R ਨੂੰ ਇੱਕ ਸਥਿਰ ਅੰਕ ਦਾ ਨਾਮ ਦਿੱਤਾ ਹੈ ਕਿ ਉਹ ਇੱਕ ਸਥਿਰ ਅੰਕ ਹੈ, ਉਹ ਚੇਂਜ ਨਹੀਂ ਹੋਣਾ। ਮੀਨਸ ਉਹ V ਤੇ I ਤੋਂ ਇੰਡੀਪੈਂਡੈਂਟ ਹੈ, V ਤੇ ਵੀ ਨਹੀਂ ਡਿਪੈਂਡ ਕਰਦਾ ਤਾਂ I ਤੇ ਵੀ ਨਹੀਂ ਡਿਪੈਂਡ ਕਰਦਾ। ਸੋ ਇਸ ਟੌਪਿਕ ਤੇ ਅਸੀਂ ਜ਼ੋਰ ਪਾਵਾਂਗੇ ਕਿ ਹੁਣ ਉਹ ਡਿਪੈਂਡ ਕਰਦਾ ਕਿਸ ਤੇ ਹੈ। ਸੋ ਮੈਥਮੈਟਿਕਲੀ ਮੁੱਖ ਤੌਰ ਤੇ ਪ੍ਰਤੀਰੋਧ ਦੋ ਚੀਜ਼ਾਂ ਤੇ ਡਿਪੈਂਡ ਕਰਦਾ ਹੈ, ਇੱਕ ਲੰਬਾਈ ਤੇ ਇੱਕ ਖੇਤਰਫਲ। ਤੁਸੀਂ ਦੇਖ ਪਾ ਰਹੇ ਹੋ ਕਿ ਲੰਬਾਈ ਦੇ ਉਹ ਸਿੱਧਾ ਅਨੁਪਾਤੀ ਹੈ ਤੇ ਖੇਤਰਫਲ ਦੇ ਉਹ ਉਲਟ ਅਨੁਪਾਤੀ ਹੈ, ਜਿਸ ਕਰਕੇ ਸਾਨੂੰ ਇੱਕ ਫਾਰਮੂਲਾ ਫਰੇਮ ਕਰਨ ਨੂੰ ਮਿਲ ਗਿਆ R proportional to L upon A, that is L ਦੇ ਸਿੱਧਾ ਅਨੁਪਾਤੀ ਹੋ ਗਿਆ ਤੇ A ਦੇ ਇਨਵਰਸ ਉਲਟ ਅਨੁਪਾਤੀ ਹੋ ਗਿਆ। ਹੁਣ ਇੱਥੇ ਵੀ ਬੇਟਾ ਜੀ ਪ੍ਰੋਪੋਰਸ਼ਨੈਲਿਟੀ ਸਾਈਨ ਹੈ, ਜਿੱਦਾਂ ਮੈਂ ਪਹਿਲੇ ਦੱਸ ਕੇ ਆ ਚੁੱਕੀ ਹਾਂ ਕਿ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਜੇ ਮੈਂ ਹਟਾਣਾ ਹੋਵੇ, ਇਜ਼ ਇਕੁਅਲ ਟੂ ਵਿੱਚ ਬਦਲਣਾ ਹੋਵੇ, ਤੇ ਮੈਂ ਸੱਜੇ ਪਾਸੇ ਨੂੰ ਕਿਸੇ ਨਾ ਕਿਸੇ ਸਥਿਰ ਅੰਕ ਨਾਲ ਗੁਣਾ ਕਰਾਂਗੀ। ਤੇ ਇੱਥੇ ਜਿਹੜਾ ਸਥਿਰ ਅੰਕ ਤੁਹਾਨੂੰ ਨਜ਼ਰ ਆ ਰਿਹਾ ਹੈ, ਜੋ ਸਮਾਲ p ਦਾ ਰੂਪ ਲੱਗ ਰਿਹਾ, ਉਹਨੂੰ ਐਕਚੁਅਲੀ ਅਸੀਂ ਸਮਾਲ p ਨਾ ਕਹਿ ਕੇ ਰੋ ਕਹਿੰਦੇ ਆ, ਰਾਈਟ। ਇੰਗਲਿਸ਼ ਵਿੱਚ ਇਹਨੂੰ RHO ਨਾਲ ਪ੍ਰੋਨਾਉਂਸ ਕੀਤਾ ਜਾਂਦਾ ਹੈ, ਰਾਈਟ, ਇਨਫੈਕਟ ਸਪੈਲ ਕੀਤਾ ਜਾਂਦਾ ਹੈ, ਆਈ ਸ਼ੁਡ ਸੇ। ਸੋ ਰੋ ਜਿਹੜਾ ਹੈ ਉਹ ਇੱਕ ਅਨੁਪਾਤੀ ਸਥਿਰ ਅੰਕ ਹੈ, ਰਾਈਟ, ਜਿਸ ਨੂੰ ਪ੍ਰਤੀਰੋਧਕਤਾ ਦਾ ਨਾਮ ਦਿੱਤਾ ਗਿਆ। ਹੁਣ R is ਪ੍ਰਤੀਰੋਧ, ਬਟ ਰੋ is ਪ੍ਰਤੀਰੋਧਕਤਾ। ਸੋ ਇਹਦੀ ਜੇ ਅਸੀਂ ਫਾਰਮੂਲਾ ਡਿਜ਼ਾਈਨ ਕਰਨਾ ਹੋਵੇ, ਅਗੇਨ ਇਸ ਤੋਂ ਰੀਅਰੇਂਜ ਕਰਕੇ ਅਸੀਂ ਬਣਾ ਸਕਦੇ ਹਾਂ ਕਿ ਰੋ ਬਰਾਬਰ ਕੈਪੀਟਲ R ਕੈਪੀਟਲ A ਅਪੋਨ L। ਸੋ ਰੋ ਦਾ ਫਾਰਮੂਲਾ ਕੀ ਬਣ ਜਾਏਗਾ ਬੇਟਾ? RA ਬਾਈ L। ਕਿਸੇ ਵੀ ਕੁਆਂਟੀਟੀ ਦਾ ਜੇ ਇੱਕ ਫਾਰਮੂਲਾ ਸਾਡੇ ਕੋਲ ਡਿਜ਼ਾਈਨ ਹੋ ਜਾਏ, ਉਸ ਤੋਂ ਅਸੀਂ ਉਹਦੀ ਬੇਟਾ ਇਕਾਈ ਵੀ ਬਣਾ ਸਕਦੇ ਹਾਂ। ਕਿੱਦਾਂ? ਜਿੱਦਾਂ ਤੁਹਾਨੂੰ ਪਤਾ ਹੈ ਕਿ R ਦੀ ਇਕਾਈ ਕੀ ਹੈ? ਓਮ। ਹੁਣ R ਦੇ ਨਾਲ ਕੀ ਮਲਟੀਪਲਾਈ ਕੀਤਾ ਬੇਟਾ ਮੈਂ? A ਦੀ ਇਕਾਈ A ਕੀ ਹੈ? ਖੇਤਰਫਲ। ਉਹਦੀ ਇਕਾਈ ਕੀ ਹੈ? ਮੀਟਰ ਸਕੁਆਇਰ। ਅਪੋਨ ਕੀ ਸੀ ਬੇਟਾ ਜੀ? L ਦੀ ਇਕਾਈ ਕੀ ਹੁੰਦੀ? ਮੀਟਰ। ਮੀਟਰ ਸਕੁਆਇਰ ਤੇ ਮੀਟਰ ਕੱਟੇ ਜਾਣਗੇ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਰੋ ਦੀ ਜਿਹੜੀ ਇਕਾਈ ਹੈ, ਜਿਹੜਾ ਯੂਨਿਟ ਹੈ, that is ਓਮ ਮੀਟਰ। ਮੂਵਿੰਗ ਨੈਕਸਟ, ਰੋ ਪਦਾਰਥ ਦਾ ਵਿਸ਼ੇਸ਼ ਗੁਣ ਹੈ। Now this is something very important ਕਿ ਅਸੀਂ ਕਹਿੰਦੇ ਹਾਂ ਕਿ ਕੋਈ ਰੋਡ ਲੰਬੀ ਹੈ, ਕੋਈ ਛੋਟੀ ਹੈ, ਕੋਈ ਥਿਕ ਹੈ, ਕੋਈ ਥਿਨ ਹੈ, ਕਿਸੇ ਵੀ ਤਰੀਕੇ ਦਾ ਆਕਾਰ ਵਿੱਚ ਫਰਕ ਹੋ ਸਕਦਾ ਹੈ, ਲੇਕਿਨ ਜੇ ਮਟੀਰੀਅਲ ਸੇਮ ਹੈ ਬੇਟਾ, ਉਹਦੀ ਪ੍ਰਤੀਰੋਧਕਤਾ ਵੀ ਸੇਮ ਰਹੇਗੀ। ਇਟ ਇਜ਼ ਦ ਪ੍ਰੋਪਰਟੀ ਆਫ ਅ ਮਟੀਰੀਅਲ। ਇਹ ਕਿਸੇ ਵੀ ਪਦਾਰਥ ਦਾ ਵਿਸ਼ੇਸ਼ ਗੁਣ ਹੈ। ਮੂਵਿੰਗ ਨੈਕਸਟ, ਧਾਤਾਂ ਅਤੇ ਮਿਸ਼ਰਤ ਧਾਤਾਂ ਦੀ ਪ੍ਰਤੀਰੋਧਕਤਾ ਬਹੁਤ ਘੱਟ ਹੁੰਦੀ ਹੈ, ਰਾਈਟ। ਉਹਦੀ ਰੇਂਜ ਦਿੱਤੀ ਗਈ ਹੈ ਬੇਟੇ 10 to the power -8 ohm meter to 10 to the power -6 ohm meter। ਸੋ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਬੇਸਿਕਲੀ ਸਾਡੇ ਮੈਟਲਸ ਨੇ, ਉਹਨਾਂ ਦੀ ਜੇ ਅਸੀਂ ਕੰਡਕਸ਼ਨ ਅੱਛੀ ਮੰਨਦੇ ਹਾਂ, ਇਹਦਾ ਮਤਲਬ ਉਹਨੂੰ ਰੁਕਾਵਟ, ਰੋਧ ਜਾਂ ਪ੍ਰਤੀਰੋਧਕਤਾ ਬਹੁਤ ਉਹਨਾਂ ਦੀ ਘੱਟ ਹੋਏਗੀ। ਤੇ ਰੇਂਜ ਇਫ ਪੋਸੀਬਲ ਜ਼ਰੂਰ ਯਾਦ ਕਰੋ, MCQs ਵਿੱਚ ਤੁਹਾਨੂੰ ਹੈਲਪਫੁਲ ਰਹੇਗੀ। ਪਦਾਰਥ ਦਾ ਪ੍ਰਤੀਰੋਧ ਅਤੇ ਪ੍ਰਤੀਰੋਧਕਤਾ ਦੋਵੇਂ ਹੀ ਤਾਪਮਾਨ ਵਿੱਚ ਪਰਿਵਰਤਨ ਦੇ ਨਾਲ ਪਰਿਵਰਤਿਤ ਹੋ ਜਾਂਦੇ ਹਨ। ਹੁਣ ਇਹਦੇ ਵਿੱਚ ਇਹ ਵੀ ਇੱਕ ਪੁਆਇੰਟ ਇੰਪੋਰਟੈਂਟ ਹੈ ਬੇਟਾ, ਨੋ ਡਾਊਟ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਥਮੈਟਿਕਲੀ ਅਸੀਂ ਵੇਰੀਏਸ਼ਨ ਲੈਂਦੇ ਹਾਂ ਕਿ ਪ੍ਰਤੀਰੋਧ ਡਿਪੈਂਡਸ ਔਨ ਲੈਂਥ ਐਂਡ ਏਰੀਆ, ਰਾਈਟ। ਲੇਕਿਨ ਅਗਰ ਅਸੀਂ ਦੂਸਰੇ ਫੈਕਟਰਸ ਕਹੀਏ ਤੇ ਅਸੀਂ ਕਹਿੰਦੇ ਹਾਂ ਨੇਚਰ ਆਫ ਮਟੀਰੀਅਲ ਤੇ ਵੀ ਡਿਪੈਂਡ ਕਰਦਾ ਹੈ, ਜਿਵੇਂ ਮੈਂ ਡਿਸਕਸ ਕਰਕੇ ਆਈ ਹਾਂ। ਨਾਲ ਹੀ ਇਹ ਟੈਂਪਰੇਚਰ ਤੇ ਵੀ ਡਿਪੈਂਡ ਕਰਦਾ ਹੈ। ਜੇ ਟੈਂਪਰੇਚਰ ਚੇਂਜ ਹੋਏਗਾ ਤੇ ਇਹ ਵੈਲਿਊ ਚੇਂਜ ਹੋ ਜਾਏਗੀ। ਇਨ ਦੈਟ ਕੇਸ ਇਹ ਕਾਂਸਟੈਂਟ ਨਹੀਂ ਰਹੇਗਾ। ਮੂਵਿੰਗ ਨੈਕਸਟ ਇਜ਼ ਅ ਵੈਰੀ ਇੰਪੋਰਟੈਂਟ ਟੌਪਿਕ ਕਿ ਜਿਹੜਾ ਪ੍ਰਤੀਰੋਧ ਹੈ ਸਾਡੇ ਕੋਲ, ਇੱਕ ਤੋਂ ਜ਼ਿਆਦਾ ਸਾਡੇ ਕੋਲ ਪ੍ਰਤੀਰੋਧ ਨੇ, ਉਹਨਾਂ ਨੂੰ ਅਸੀਂ ਜੋੜਨਾ ਚਾਹੁੰਦੇ ਹਾਂ ਤੇ ਅਸੀਂ ਕਿੰਨੇ ਤਰੀਕੇ ਨਾਲ ਜੋੜ ਸਕਦੇ ਹਾਂ? ਮੁੱਖ ਤੌਰ ਤੇ ਬੇਟਾ ਦੋ ਤਰੀਕੇ ਨੇ, ਇੱਕ ਹੈ ਲੜੀਵਾਰ ਤੇ ਦੂਸਰਾ ਹੈ ਸਮਾਨਾਂਤਰ।
ਕਦੋਂ ਅਸੀਂ ਲੜੀਵਾਰ ਵਿੱਚ ਜੋੜਦੇ ਹਾਂ? ਜਦੋਂ ਸਾਨੂੰ ਵੱਧ ਪ੍ਰਤੀਰੋਧ ਚਾਹੀਦਾ ਹੋਏ। ਕਿਉਂ? ਕਿਉਂਕਿ ਲੜੀਵਾਰ ਦੇ ਫਾਰਮੂਲਾ ਦੇ ਅਕੋਰਡਿੰਗਲੀ RS is equal to R1 plus R2 plus so on Rn ਮੀਨਸ ਇਹਦੇ ਵਿੱਚ ਸਾਰੇ ਪ੍ਰਤੀਰੋਧ ਐਡ ਹੋ ਜਾਣਗੇ। ਸੋ ਐਡ ਹੋਣ ਕਰਕੇ ਸਾਨੂੰ ਇੱਕ ਬਹੁਤ ਵੱਡੇ ਪ੍ਰਤੀਰੋਧ ਦੀ ਵੈਲਿਊ ਮਿਲੇਗੀ। ਜਿਹੜਾ ਸਾਡਾ ਨੈਟ ਰਿਜ਼ਲਟੈਂਟ ਪ੍ਰਤੀਰੋਧ ਆਏਗਾ ਉਹ ਬਹੁਤ ਵੱਡਾ ਹੋਏਗਾ। ਸੋ ਜਿੱਥੇ ਵੀ ਮੈਨੂੰ ਕਰੰਟ ਘਟਾਉਣਾ ਹੋਵੇ ਉੱਥੇ ਮੈਂ ਕੋਸ਼ਿਸ਼ ਕਰਾਂਗੀ ਕਿ ਮੇਰੀ ਰੈਜ਼ਿਸਟੈਂਸ ਵੱਡੀ ਹੋ ਜਾਏ। ਮੀਨਸ ਉੱਥੇ ਮੈਂ ਕਿਹੜਾ ਕੰਬੀਨੇਸ਼ਨ ਪ੍ਰੈਫਰ ਕਰਾਂਗੀ? ਸੀਰੀਜ਼ ਕੰਬੀਨੇਸ਼ਨ, ਯਾਨੀ ਕਿ ਲੜੀਵਾਰ ਕੰਬੀਨੇਸ਼ਨ। ਦੂਸਰੇ ਪਾਸੇ ਕਿ ਜੇ ਮੈਨੂੰ ਘੱਟ ਪ੍ਰਤੀਰੋਧ ਚਾਹੀਦਾ ਹੋਏ, ਰਾਈਟ, ਵੱਧ ਕਰੰਟ ਚਾਹੀਦਾ ਹੋਏ, ਉਸ ਤਰ੍ਹਾਂ ਲਈ ਅਸੀਂ ਕਿਹੜਾ ਕੰਬੀਨੇਸ਼ਨ ਯੂਜ਼ ਕਰਾਂਗੇ? ਦੈਟ ਇਜ਼ ਪੈਰੇਲਲ, ਸਮਾਨਾਂਤਰ। ਕਿਉਂ ਬੇਟਾ? ਕਿਉਂਕਿ ਇਹਦੇ ਫਾਰਮੂਲਾ ਦੇ ਅਕੋਰਡਿੰਗਲੀ ਇਨਵਰਸ ਪ੍ਰਪੋਰਸ਼ਨਸ ਨੂੰ ਐਡ ਕੀਤਾ ਜਾਂਦਾ ਹੈ। 1 upon Rp is equivalent to 1 upon R1 so on upon 1 upon Rn। सो यहाँ पे आप देख रहे हो कि इट इज रेसिप्रोकल्स ਦਾ ਸਮ, ਤੇ ਉੱਤੇ ਅਸੀਂ ਦੇਖਿਆ ਕਿ ਡਾਇਰੈਕਟ ਸਮ ਹੈ। ਸੋ ਇੱਥੇ ਤੱਕ ਯਾਦ ਰੱਖਣਾ ਹੈ ਕਿ ਪੈਰਲਲ ਕੰਬੀਨੇਸ਼ਨ ਵਿੱਚ ਜਿੰਨੇ ਵੀ ਤੁਸੀਂ ਪ੍ਰਤੀਰੋਧ ਨੂੰ ਕਨੈਕਟ ਕਰ ਰਹੇ ਹੋ ਉਹਨਾਂ ਵਿੱਚੋਂ ਜਿਹੜੀ ਸਭ ਤੋਂ ਛੋਟੀ ਵੈਲਿਊ ਹੈ, ਨੈਟ ਰਿਜ਼ਲਟੈਂਟ ਵੈਲਿਊ ਉਸ ਤੋਂ ਵੀ ਛੋਟੀ ਆਵੇਗੀ। ਇਹ ਹਮੇਸ਼ਾ ਆਪਣੇ ਆਨਸਰ ਨੂੰ ਕ੍ਰਾਸ ਚੈੱਕ ਕਰਨ ਲਈ ਇਹ ਟਿਪ ਯਾਦ ਰੱਖਣੀ ਹੈ। ਮੂਵਿੰਗ ਨੈਕਸਟ, ਬਿਜਲੀ ਧਾਰਾ ਦੇ ਤਾਪਨ ਪ੍ਰਭਾਵ, ਜੂਲ ਦਾ ਤਾਪਨ ਨਿਯਮ। ਸੋ ਅਗੇਨ ਅਨਦਰ ਸਾਇੰਟਿਸਟ, ਪਹਿਲੇ ਅਸੀਂ ਓਮ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਹੁਣ ਅਨਦਰ ਸਾਇੰਟਿਸਟ ਜੂਲ, ਇਸ ਵਿਗਿਆਨਕ ਨੇ ਸਾਨੂੰ ਇੱਕ ਨਵਾਂ ਨਿਯਮ ਦਿੱਤਾ, ਦੈਟ ਇਜ਼ ਤਾਪਨ ਨਿਯਮ। ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜੇ ਕਿਸੇ ਚੀਜ਼ ਵਿੱਚੋਂ ਡਾਇਰੈਕਟਲੀ ਲਗਾਤਾਰ ਕਰੰਟ ਫਲੋ ਕਰਦਾ ਹੈ, ਥੋੜੀ ਦੇਰ ਬਾਅਦ ਉਹ ਚੀਜ਼ ਗਰਮ ਹੋ ਜਾਂਦੀ ਹੈ। ਦੈਟ ਮੀਨਸ ਬਿਜਲੀ ਧਾਰਾ ਦੇ ਕੰਟੀਨਿਊਸ ਫਲੋ ਤੋਂ ਬਾਅਦ ਉਹਦੇ ਵਿੱਚੋਂ ਤਾਪ ਪ੍ਰੋਡਿਊਸ ਹੁੰਦਾ ਹੈ। ਇਸ ਤਾਪ ਨੂੰ ਅਸੀਂ H ਨਾਲ ਦਰਸਾਉਂਦੇ ਹਾਂ। ਤੇ ਇਹ ਤਾਪ ਕਿਸ ਤੇ ਨਿਰਭਰ ਕਰਦਾ ਹੈ? ਮੇਨ ਤਿੰਨ ਚੀਜ਼ਾਂ ਤੇ। ਇੱਕ I ਸਕੁਆਇਰ ਯਾਨੀ ਕਿ ਬਿਜਲੀ ਧਾਰਾ ਦੇ ਵਰਗ ਤੇ, ਦੂਸਰਾ ਰੈਜ਼ਿਸਟੈਂਸ R ਪ੍ਰਤੀਰੋਧ, ਤੀਸਰਾ ਟਾਈਮ ਕਿ ਕਿੰਨੇ ਟਾਈਮ ਵਾਸਤੇ ਉਹ ਉਹਦੇ ਵਿੱਚੋਂ ਫਲੋ ਕੀਤਾ। ਸੋ ਇਹਨਾਂ ਤਿੰਨਾਂ ਚੀਜ਼ਾਂ ਤੇ ਨਿਰਭਰ ਕਰਦਾ ਹੈ, ਜਿਸ ਦੇ ਬੇਸਡ ਅਸੀਂ ਇੱਕ ਫਾਰਮੂਲਾ ਤੁਹਾਡੇ ਸਾਹਮਣੇ ਰੱਖਿਆ ਹੈ, ਦੈਟ ਇਜ਼ H is equal to I square RT। ਇਹ ਫਾਰਮੂਲਾ ਕਿੰਨੇ ਦਿੱਤਾ ਸੀ? ਜੂਲ ਨੇ। ਸੋ ਡਾਇਰੈਕਟਲੀ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਹੀਟ ਜਿਹੜੀ ਹੈ, ਜਿਹੜਾ ਤਾਪ ਪ੍ਰੋਡਿਊਸ ਹੋ ਰਿਹਾ ਹੈ, ਉਹ ਕਿਸ ਤੇ ਡਿਪੈਂਡ ਕਰਨਾ ਹੈ? ਕਰੰਟ ਤੇ, ਰੈਜ਼ਿਸਟੈਂਸ ਤੇ, ਟਾਈਮ। ਵੈਸੇ ਵੀ ਸਾਡੀ ਕਾਮਨ ਸੈਂਸ ਕਹਿੰਦੀ ਹੈ ਜ਼ਿਆਦਾ ਦੇਰ ਲਈ ਫਲੋ ਕਰਾਓਗੇ ਤਾਂ ਜ਼ਿਆਦਾ ਹੀਟ ਪੈਦਾ ਹੋਏਗੀ। ਜਿੰਨੀ ਜ਼ਿਆਦਾ ਰੁਕਾਵਟ ਹੋਏਗੀ, ਜਿੰਨਾ ਜ਼ਿਆਦਾ ਪ੍ਰਤੀਰੋਧ ਹੋਏਗਾ, ਉਨਾ ਜ਼ਿਆਦਾ ਉਹ ਗਰਮ ਹੋ ਜਾਏਗਾ, ਉਹਨੂੰ ਆਪੋਜੀਸ਼ਨ ਮਿਲੇਗੀ, ਰੁਕਾਵਟ ਮਿਲੇਗੀ। ਤੀਸਰਾ, ਜਿੰਨਾ ਜ਼ਿਆਦਾ ਕਰੰਟ ਫਲੋ ਕਰਾਓਗੇ ਉਨਾ ਜ਼ਿਆਦਾ ਤਾਪ ਪੈਦਾ ਹੋਏਗਾ। ਸੋ H is equal to I square RT। ਆਈ ਹੋਪ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਕਲੀਅਰ ਹੋ ਗਿਆ। ਹੁਣ ਬੇਸਿਕਲੀ ਜਦੋਂ ਨਿਊਮੈਰੀਕਲਸ ਆਉਂਦੇ ਆ ਬੇਟੇ, ਨਿਊਮੈਰੀਕਲਸ ਵਿੱਚ ਤੁਹਾਨੂੰ ਜਿਹੜੀਆਂ ਵੀ ਚੀਜ਼ਾਂ ਦਿੱਤੀਆਂ ਹੁੰਦੀਆਂ ਉਹਨੂੰ ਅਸੀਂ ਗਿਵਨ ਡਾਟਾ ਮੰਨਦੇ ਹਾਂ ਕਿ ਇਹ ਸਾਰਾ ਡਾਟਾ ਸਾਨੂੰ ਦਿੱਤਾ ਗਿਆ ਹੈ ਤੇ ਕਿਹੜੀ ਚੀਜ਼ ਲੱਭਣੀ ਹੁੰਦੀ ਹੈ ਅਸੀਂ ਆਪਣੀ ਅੱਖਾਂ ਸਾਹਮਣੇ ਰੱਖ ਲੈਂਦੇ ਹਾਂ। ਹੁਣ ਗਿਵਨ ਡਾਟਾ ਦੇ ਅਕੋਰਡਿੰਗਲੀ ਸਾਨੂੰ ਡਿਸਾਈਡ ਕਰਨਾ ਚਾਹੀਦਾ ਹੈ ਕਿ ਅਸੀਂ ਕਿਹੜਾ ਫਾਰਮੂਲਾ ਯੂਜ਼ ਕਰਾਂਗੇ। ਠੀਕ ਹੈ, ਜਿੱਦਾਂ H ਦਾ ਇੱਕ ਫਾਰਮੂਲਾ ਤੁਹਾਡੇ ਅੱਖਾਂ ਸਾਹਮਣੇ ਹੈ, ਦੂਸਰਾ ਫਾਰਮੂਲਾ ਵੀ ਇੱਕ ਹੁੰਦਾ H ਦਾ, ਦੈਟ ਇਜ਼ VIT, ਰਾਈਟ। ਹੁਣ ਇਹ ਜਿਹੜਾ ਫਾਰਮੂਲਾ ਹੈ ਇਹ ਬੇਸਿਕਲੀ ਮੇਰਾ ਨੈਕਸਟ ਟੌਪਿਕ ਆਏਗਾ, ਮੈਂ ਤੁਹਾਨੂੰ ਹੋਰ ਉੱਥੇ ਕਲੀਅਰ ਕਰਾਂਗੀ। ਬਰੀਫਿੰਗ ਦੀ ਦੇ ਦਿੰਦੀ ਹਾਂ ਕਿ ਬੇਸਿਕਲੀ ਜਿਹੜੀ ਪਾਰ ਹੈ, ਬਿਜਲੀ ਸ਼ਕਤੀ ਹੈ, P ਨਾਲ ਉਹਨੂੰ ਦਰਸਾਈਦਾ ਹੈ, ਉਹ ਬੇਸਿਕਲੀ ਬੇਟਾ VI ਦੇ ਬਰਾਬਰ ਹੈ, ਰਾਈਟ। ਤੇ I ਬਾਰੇ ਵੀ ਤੁਸੀਂ ਜਾਣਕਾਰੀ ਰੱਖਦੇ ਹੋ, I ਕੀ ਹੈ? ਕਰੰਟ, ਦੈਟ ਇਜ਼ Q upon T। ਸੋ ਇਹਨੂੰ ਇਹਨਾਂ ਨੇ ਕੋਰਿਲੇਟ ਕਰਕੇ P is equal to VQ by T ਵਾਲਾ ਰੂਪ ਦਿੱਤਾ, ਰਾਈਟ। ਇਹੀ ਸਬਸਟੀਟਿਊਸ਼ਨਸ ਜੇ ਅਸੀਂ ਹੋਰ ਥੋੜਾ ਜਿਹਾ ਇਹਨੂੰ ਸਿੰਪਲੀਫਾਈ ਕਰੀਏ, ਬੇਸਿਕਲੀ ਬਿਜਲਈ ਸ਼ਕਤੀ ਦੀ ਡੈਫੀਨੇਸ਼ਨ ਅਸੀਂ ਲੈਂਦੇ ਹਾਂ W by T। ਕੀ ਲੈਂਦੇ ਆ ਬੇਟਾ? W by T। ਹੁਣ W ਜਿਹੜਾ ਹੈ ਉਹ ਵਰਕ ਹੈ, ਵਰਕ ਤੇ ਊਰਜਾ ਇੱਕੋ ਗੱਲ ਹੁੰਦੀ ਹੈ, ਊਰਜਾ ਮਤਲਬ એનર્ਜੀ। ਇੱਥੇ ਕਿਹੜੀ એનર્ਜੀ ਹੈ? H, ਰਾਈਟ। ਸੋ ਆਈ ਥਿੰਕ ਇਹ 2-3 ਸਟੈਪਸ ਦਾ ਕੰਮ ਹੈ, ਇਹ ਜੇ ਤੁਸੀਂ ਕੋਰਿਲੇਟ ਕਰੋਗੇ ਸੋ ਸਾਡਾ P is equal to W by T ਵਿੱਚੋਂ ਇੱਕ ਰਿਲੇਸ਼ਨ ਬਣ ਜਾਂਦਾ ਹੈ W is equal to P into T, ਰਾਈਟ। ਹੁਣ W ਦੀ ਬਜਾਏ ਇੱਥੇ ਕੀ ਲਿਖਿਆ ਹੋਇਆ ਬੇਟਾ ਜੀ? H। H is equivalent to P into T, but what is P? P is VI, so H ਦਾ ਫਾਰਮੂਲਾ ਕੀ ਬਣ ਗਿਆ? VIT, ਰਾਈਟ। ਸੋ ਇਹ 2-4 ਸਟੈਪਸ ਜੇ ਤੁਸੀਂ ਬੇਟਾ ਪੇਪਰ ਪੈਨ ਨਾਲ ਇੱਕ ਵਾਰ ਪ੍ਰੈਕਟਾਈਜ਼ ਕਰ ਲਓ, ਤੁਸੀਂ ਇਹਨੂੰ ਬੈਟਰ ਸਮਝ ਪਾਓਗੇ। ਮੇਰਾ ਇੱਥੇ ਦੱਸਣ ਦਾ ਇਹ ਪਰਪਸ ਹੈ ਕਿ
ਜਦੋਂ ਵੀ ਤੁਸੀਂ ਇੱਕ numerical solve ਕਰਦੇ ਹੋ ਤੁਸੀਂ data ਦੇ accordingly decide ਕਰਨਾ ਹੈ ਕਿ ਕਿਹੜਾ formula prefer ਕੀਤਾ ਜਾਏਗਾ, right? Whether you are to use VIT or you are to use I square RT. Okay, moving next, ਬਿਜਲੀ ਬਲਬ ਦਾ ਫਿਲਾਮੈਂਟ ਟੰਗਸਟਨ ਦਾ ਬਣਿਆ ਹੁੰਦਾ ਹੈ। ਆਈ ਹੋਪ ਯੂ ਆਲ ਆਰ ਅਵੇਅਰ ਕਿ ਅਸੀਂ ਟੰਗਸਟਨ ਦਾ ਇਹ ਫਿਲਾਮੈਂਟ ਬਣਾਉਂਦੇ ਹਾਂ ਤੇ ਇਹਦਾ ਬੇਸਿਕਲੀ ਕੀ ਰੀਜ਼ਨ ਹੈ? ਇਹਦਾ ਰੀਜ਼ਨ ਇਹ ਹੈਗਾ ਕਿ ਇਹ ਜਲਦੀ ਪਿਘਲ ਨਾ ਜਾਏ, ਕਿਉਂਕਿ ਇਹਦਾ ਪਿਘਲਾਊ ਦਰਜਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ। ਕਿੰਨਾ ਹੈ ਉਹ ਸਾਨੂੰ ਲਰਨ ਰੱਖਣਾ ਹੈ, 3380 ਡਿਗਰੀ ਸੈਲਸੀਅਸ। ਸੋ ਮੂਵਿੰਗ ਨੈਕਸਟ, ਬਲਬਾਂ ਵਿੱਚ ਅਕਿਰਿਆਸ਼ੀਲ ਨਾਈਟ੍ਰੋਜਨ ਅਤੇ ਆਰਗਨ ਗੈਸ ਹੁੰਦੀ ਹੈ। ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਹੈ ਕਿ ਕਦੇ ਬਲਬ ਜਿਹੜਾ ਟੁੱਟਦਾ ਹੈ ਤੇ ਬਹੁਤ ਪ੍ਰੋਮੀਨੈਂਟ ਜੀ ਆਵਾਜ਼ ਆਉਂਦੀ ਹੈ ਬਿਕੋਜ਼ ਗੈਸ ਇਜ਼ ਬੀਇੰਗ ਰਿਲੀਜ਼ਡ। ਕੁਐਸਚਨ ਕੀ ਬਣ ਸਕਦਾ ਇੱਥੇ ਕਿ ਕਿਹੜੀ ਗੈਸ ਰਿਲੀਜ਼ ਹੁੰਦੀ ਹੈ? that is nitrogen and organ gases, argon gases, right? Moving next, fuse ਨੂੰ ਹਮੇਸ਼ਾ ਲੜੀ ਵਿੱਚ ਜੋੜਦੇ ਹਾਂ। ਹੁਣ ਫਿਊਜ਼ ਬਾਰੇ ਵੀ ਬੇਟਾ ਤੁਹਾਨੂੰ ਅਵੇਅਰਨੈਸ ਆਲਰੇਡੀ ਹੈ ਕਿ ਅਸੀਂ ਆਪਣੇ ਘਰਾਂ ਦੇ ਐਕਸਪੈਂਸਿਵ ਡਿਵਾਈਸਿਸ ਨੂੰ ਬਚਾਉਣ ਵਾਸਤੇ ਫਿਊਜ਼ ਲਗਾਇਆ ਹੁੰਦਾ ਹੈ, ਕਿਉਂਕਿ ਜੇ ਪਿੱਛੋਂ ਸਪਲਾਈ ਜ਼ਿਆਦਾ ਹੋ ਜਾਏ, ਰਾਈਟ, ਤੇ ਉਹ ਸਾਰੇ ਦਾ ਸਾਰਾ ਕਰੰਟ ਜਿਹੜਾ ਹੈ, ਵੋਲਟੇਜ ਜਿਹੜੀ ਹੈ ਸਾਡੇ ਮਹਿੰਗੇ ਡਿਵਾਈਸਿਸ ਨੂੰ ਸਪੋਇਲ ਕਰ ਸਕਦੀ ਹੈ, ਡੈਮੇਜ ਕਰ ਸਕਦੀ ਹੈ। ਤੇ ਫਿਊਜ਼ ਦਾ ਪਰਪਸ ਕੀ ਹੁੰਦਾ ਹੈ ਕਿ ਜਿਹੜੀ ਫਿਊਜ਼ ਦੀ ਵਾਇਰ ਹੁੰਦੀ ਹੈ ਉਹਦਾ ਮੈਲਟਿੰਗ ਪੁਆਇੰਟ ਬਹੁਤ ਹੀ ਲੋ ਰੱਖਿਆ ਜਾਂਦਾ ਹੈ, ਰਾਈਟ? ਉਹ ਲੋ ਰੱਖਣ ਦਾ ਪਰਪਸ ਕੀ ਹੈ ਕਿ ਜੇ ਜਿੰਨਾ ਐਕਸੈਪਟੇਬਲ ਕਰੰਟ ਹੈ ਉਸ ਤੋਂ ਵੱਧ ਕਰੰਟ ਆਏਗਾ ਤੇ ਇਮੀਡੀਏਟਲੀ ਹੀਟਿੰਗ ਇਫੈਕਟ ਆਫ ਕਰੰਟ ਕਰਕੇ ਉਹ ਪਿਘਲ ਜਾਏਗੀ। ਪਿਘਲਣ ਕਰਕੇ ਉੱਥੇ ਸਰਕਿਟ ਬ੍ਰੇਕ ਹੋ ਜਾਏਗਾ, ਸਰਕਿਟ ਬ੍ਰੇਕ ਹੋਣ ਕਰਕੇ ਅੱਗੇ ਕਰੰਟ ਆਏਗਾ ਨਹੀਂ ਤੇ ਸਾਡੇ ਸਾਰੇ ਡਿਵਾਈਸਿਸ ਸੇਫ ਹੋ ਜਾਣਗੇ। ਸੋ ਇਸੇ ਕੰਮ ਨੂੰ ਬੈਟਰ ਪਰਫਾਰਮ ਕਰਾਉਣ ਵਾਸਤੇ ਇਹਨੂੰ ਅਸੀਂ ਕਿੱਦਾਂ ਜੋੜਾਂਗੇ? ਆਫਕੋਰਸ ਲੜੀਵਾਰ, ਤਾਂ ਕਿ ਸਾਰੇ ਦਾ ਸਾਰਾ ਕਰੰਟ ਇਹਦੇ ਵਿੱਚੋਂ ਫਲੋ ਕਰੇ। ਜਿੱਦਾਂ ਅਸੀਂ ਦੱਸ ਚੁੱਕੇ ਹਾਂ ਕਿ ਸੀਰੀਜ਼ ਵਿੱਚ ਲੜੀਵਾਰ ਵਿੱਚ ਸੇਮ ਕਰੰਟ ਫਲੋ ਕਰਦਾ ਹੈ। ਸੋ ਇਸ ਛੋਟੇ ਜਿਹੇ ਡਿਵਾਈਸ ਨਾਲ ਅਸੀਂ ਕਾਫੀ ਜ਼ਿਆਦਾ ਚੀਜ਼ਾਂ ਨੂੰ ਸੇਫ ਰੱਖ ਸਕਦੇ ਹਾਂ। ਫਿਊਜ਼ ਜਿਹੜਾ ਹੈ ਮਿਸ਼ਰਤ ਧਾਤਾਂ, that is ਐਲੂਮੀਨੀਅਮ, ਕਾਪਰ, ਆਇਰਨ, ਲੈਡ ਆਦਿ ਤੋਂ ਬਣਿਆ ਹੁੰਦਾ ਹੈ। ਸੋ ਇਹਦਾ ਕੰਪੋਨੈਂਟਸ ਕਿਹੜੇ ਨੇ ਉਹ ਵੀ ਤੁਹਾਨੂੰ ਇੱਕ ਕੁਐਸਚਨ ਦੇ ਫਾਰਮ ਵਿੱਚ ਪੁੱਛਿਆ ਜਾ ਸਕਦਾ ਹੈ। ਮੂਵਿੰਗ ਟੂ ਦ ਲਾਸਟ ਟੌਪਿਕ ਆਫ ਦ ਚੈਪਟਰ, that is ਬਿਜਲਈ ਸ਼ਕਤੀ ਪਾਰ, ਜਿਹਦੇ ਬਾਰੇ ਮੈਂ ਥੋੜਾ ਜਿਹਾ ਪਿੱਛੇ ਆਈਡੀਆ ਦਿੱਤਾ ਹੈ ਤੁਹਾਨੂੰ। ਬਿਜਲਈ ਸਰਕਟ ਵਿੱਚ ਖਪਤ ਜਾਂ ਲੁਪਤ ਬਿਜਲੀ ਊਰਜਾ ਦੀ ਦਰ ਪ੍ਰਾਪਤ ਹੁੰਦੀ ਹੈ, ਉਸੇ ਨੂੰ ਬਿਜਲੀ ਸ਼ਕਤੀ ਕਿਹਾ ਜਾਂਦਾ ਹੈ। ਸੋ ਇਹਨੂੰ ਮੈਂ ਮਤਲਬ ਇੰਗਲਿਸ਼ ਵਿੱਚ ਜੇ ਡਿਫਾਈਨ ਕਰਨਾ ਚਾਹਾਂ ਤਾਂ ਬਹੁਤ ਛੋਟੀ ਜਿਹੀ ਡੈਫੀਨੇਸ਼ਨ ਹੈ, that is rate of doing work. rate of doing work ਮਤਲਬ work upon time, W by T, ਇਹਦੀ ਬੇਸਿਕ ਡੈਫੀਨੇਸ਼ਨ ਹੈ, ਰਾਈਟ? ਸੋ ਜਿਹੜਾ ਫਾਰਮੂਲਾ ਹੁਣੇ ਪਿੱਛੇ ਦੱਸਿਆ ਤੁਹਾਨੂੰ ਉਹ ਰਿਪੀਟ ਹੋ ਰਿਹਾ ਇੱਥੇ, that is ਬਿਜਲਈ ਸ਼ਕਤੀ ਕਿਹਦੇ ਬਰਾਬਰ ਹੈ? VI ਦੇ। V is voltage, I is current, so P is equivalent to I square R। ਇਹ ਹੁਣ ਕਿੱਥੋਂ ਬਣ ਗਿਆ ਬੇਟਾ ਜੀ? ਜੇ ਮੈਂ ਓਮਸ ਲਾਅ ਅਪਲਾਈ ਕਰਦਾ, V ਨੂੰ IR ਪੁੱਟ ਕਰਦਾ, IR into I will give you I square R। ਇਸੇ ਤਰੀਕੇ ਨਾਲ P is equal to VI ਵਿੱਚ ਜੇ I ਨੂੰ ਮੈਂ V by R ਪੁੱਟ ਕਰਦਾ ਓਮਸ ਲਾਅ ਦੇ ਅਕੋਰਡਿੰਗਲੀ ਅਗੇਨ, ਸੋ ਮੇਰੇ ਕੋਲ ਇੱਕ ਤੀਸਰਾ ਫਾਰਮੂਲਾ ਬਣ ਜਾਏਗਾ that P is equal to V square by R। ਅਗੇਨ ਇੱਕੋ ਹੀ ਫਾਰਮੂਲਾ ਹੈ, ਉਹਨੂੰ ਚੇਂਜ ਕਰਕੇ ਅਸੀਂ ਦੂਸਰੇ ਰੂਪ ਵਿੱਚ ਲਿਖ ਸਕਦੇ ਹਾਂ ਐਜ਼ ਪਰ ਆਰ ਰਿਕੁਆਇਰਮੈਂਟ ਕਿ ਸਾਡਾ ਜਿਹੜਾ ਨਿਊਮੈਰੀਕਲ ਹੈ ਉਹਦੇ ਵਿੱਚ ਕਿੱਦਾਂ ਦਾ ਡਾਟਾ ਗਿਵਨ ਹੈ, ਸਾਨੂੰ ਕਿਹੜਾ ਫਾਰਮੂਲਾ ਯੂਜ਼ ਕਰਨਾ ਚਾਹੀਦਾ ਹੈ, ਰਾਈਟ? ਮੈਂ ਹਮੇਸ਼ਾ ਤੁਹਾਨੂੰ ਇਹੀ ਗਾਈਡ ਕਰਾਂਗੀ ਬੇਟੇ, ਇੱਕ ਮੇਨ ਫਾਰਮੂਲਾ ਸਾਨੂੰ ਆਉਣਾ ਚਾਹੀਦਾ, ਦੂਸਰੇ ਉਸ ਤੋਂ ਡਿਵੈਲਪ ਹੋ ਜਾਂਦੇ, ਤੇ ਜਿਹੜੇ ਦੂਸਰੇ ਡਿਵੈਲਪ ਹੁੰਦੇ ਆ ਉਹਨਾਂ ਨੂੰ ਅੰਡਰਸਟੈਂਡਿੰਗ ਨਾਲ ਹਮੇਸ਼ਾ ਕ੍ਰੀਏਟ ਕਰੋ, ਸਾਰਿਆਂ ਨੂੰ ਰੱਟਾ ਮਾਰਨ ਦੀ ਲੋੜ ਨਹੀਂ ਹੁੰਦੀ। ਜੇ ਹੁਣ ਮੈਂ ਯੂਨਿਟ ਤੇ ਆਨੀ ਆ ਕਿ ਸਾਡਾ ਪਾਰ ਦਾ ਯਾਨੀ ਕਿ ਬਿਜਲੀ ਸ਼ਕਤੀ ਦਾ ਯੂਨਿਟ ਕੀ ਹੈ, ਇਕਾਈ ਕੀ ਹੈ, that is watt। ਜੇ ਮੈਂ ਵੱਡਾ ਯੂਨਿਟ ਸੋਚਾਂ ਤੇ ਇਟ ਵਿਲ ਬੀ ਕਿਲੋਵਾਟ। 1 ਕਿਲੋਵਾਟ ਵਿੱਚ ਕਿੰਨੇ ਵਾਟਸ ਹੋਣਗੇ? 1000, ਰਾਈਟ? ਇੱਥੇ ਹੁਣ ਇੱਕ ਹੋਰ ਰਿਲੇਸ਼ਨ ਦਿੱਤਾ ਗਿਆ, ਬਟ ਬਿਫੋਰ ਆਈ ਕਮ ਔਨ ਦੈਟ ਰਿਲੇਸ਼ਨ ਮੈਂ ਇੱਕ ਕੁਆਂਟੀਟੀ ਬਾਰੇ ਗੱਲ ਕਰਨੀ ਹੈ, that is ਬਿਜਲਈ ਊਰਜਾ, ਇਲੈਕਟ੍ਰੀਕਲ એનર્ਜੀ। ਹੁਣ ਇਲੈਕਟ੍ਰੀਕਲ એનર્ਜੀ ਜਿੱਦਾਂ ਮੈਂ ਪਹਿਲੇ ਤੁਹਾਨੂੰ ਦੱਸ ਕੇ ਆਈ ਹਾਂ ਕਿ P ਜਿਹੜਾ ਹੈ that is W by T। W work ਹੈ, T time ਹੈ। ਜੇ ਇੱਥੋਂ ਮੈਂ W ਦਾ ਫਾਰਮੂਲਾ ਬਣਾਵਾਂ ਉਹ ਬਣ ਜਾਂਦਾ P into T। ਠੀਕ ਹੈ ਬੇਟਾ ਜੀ? ਹੁਣ ਇਹ W ਕੀ ਹੈ? work। work ਨੂੰ ਅਸੀਂ ਕੀ ਮੰਨਦੇ ਹਾਂ? ਊਰਜਾ। ਤੇ ਬੇਸ਼ੱਕ ਮੈਂ ਉਹਨੂੰ ਤਾਪ ਊਰਜਾ ਕਵਾਂ ਜਾਂ ਮੈਂ ਉਹਨੂੰ ਬਿਜਲਈ ਊਰਜਾ ਕਵਾਂ, ਉਹ ਕੋਈ ਫਰਕ ਨਹੀਂ ਹੈ। ਸੋ ਬਿਜਲਈ ਊਰਜਾ ਜਿਹੜੀ ਹੈ ਉਹ ਬਰਾਬਰ ਕਿਹਦੇ ਹੈ? ਬਿਜਲਈ ਸ਼ਕਤੀ ਗੁਣਾ ਟਾਈਮ ਦੇ।
ਠੀਕ ਹੈ। ਇੱਥੋਂ ਅਸੀਂ ਜਿਹੜਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਕੋਲ ਸਾਡੇ ਘਰਾਂ ਵਿੱਚ ਜਿਹੜਾ ਬਿੱਲ ਆਂਦਾ ਹੈ ਉਹ ਆਂਦਾ ਹੈ ਬੇਟਾ ਜੀ ਕਿਲੋਵਾਟ ਆਰ ਦੇ ਰੂਪ ਵਿੱਚ। ਕਿਲੋਵਾਟ ਆਰ, ਤੁਸੀਂ ਕੁਆਂਟੀਟੀ ਤੋਂ ਅੰਦਾਜ਼ਾ ਲਗਾਓ। ਕਿਲੋਵਾਟ ਕੀ ਹੈ? ਪਾਰ। ਆਰ ਕੀ ਹੈ? ਟਾਈਮ। ਸੋ ਇਹ ਕੀ ਹੋ ਗਿਆ? ਕਿਲੋਵਾਟ ਆਰ ਮੀਨਸ ਪਾਰ ਗੁਣਾ ਟਾਈਮ, ਯਾਨੀ ਕਿ ਪਾਰ ਗੁਣਾ ਟਾਈਮ ਮਤਲਬ ਬਿਜਲਈ ਊਰਜਾ। ਸੋ ਸਾਡੇ ਘਰ ਵਿੱਚ ਜਿਹੜਾ ਯੂਨਿਟਸ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਇੰਨੇ ਯੂਨਿਟ ਖਪਤ ਹੋਏ ਆ, ਉਹ ਕਿਹਦੇ ਵਿੱਚ ਹੁੰਦੇ ਬੇਟਾ? ਕਿਲੋਵਾਟ ਆਵਰਸ ਵਿੱਚ। ਤੇ ਉਹ ਕਿਹਦੀ ਇਕਾਈ ਹੋਈ? ਉਹ ਬਿਜਲਈ ਊਰਜਾ ਦੀ। ਸੋ 1 ਕਿਲੋਵਾਟ ਆਰ ਵਿੱਚ ਕਿੰਨੇ ਜਾਊਲ ਹੁੰਦੇ ਨੇ? ਉਹਦਾ ਰਿਲੇਸ਼ਨ ਬਹੁਤ ਈਜ਼ੀ ਹੈ ਕੈਲਕੂਲੇਟ ਕਰਨਾ। 1 ਕਿਲੋਵਾਟ ਆਰ ਵਿੱਚ 1000 ਵਾਟ ਨੇ, ਜਿੱਦਾਂ ਮੈਂ ਦੱਸ ਚੁੱਕੀ ਹਾਂ, ਕਿਲੋਵਾਟ ਵਿੱਚ 1000 ਵਾਟ ਨੇ। 1 ਘੰਟੇ ਵਿੱਚ ਕਿੰਨੇ ਸੈਕਿੰਡਸ ਨੇ? 3600 ਸੈਕਿੰਡ ਨੇ। ਜੇ ਅਸੀਂ ਉਹਨੂੰ ਕਨਵਰਟ ਕਰੀਏ ਤਾਂ ਸਾਡੇ ਕੋਲ 1 ਕਿਲੋਵਾਟ ਆਰ ਬਰਾਬਰ 3.6 ਇੰਟੂ 10 ਟੂ ਦ ਪਾਵਰ 6 ਜਾਊਲਸ ਰਿਲੇਸ਼ਨ ਆ ਜਾਂਦਾ ਹੈ। ਇਹ ਰਿਲੇਸ਼ਨ ਤੁਹਾਨੂੰ ਲਰਨਡ ਵੀ ਹੋਣਾ ਚਾਹੀਦਾ ਹੈ, ਬਟ ਪਤਾ ਵੀ ਹੋਣਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਡਿਵੈਲਪ ਹੋਇਆ। ਵਿਦ ਦਿਸ ਅੱਜ ਦੇ ਟੌਪਿਕ ਅਸੀਂ ਬੇਟੇ ਕਵਰ ਕਰ ਲਏ ਹੈ। ਸੋ ਮੈਂ ਉਮੀਦ ਕਰਦੀ ਹਾਂ ਕਿ ਇੱਕ ਕੁਇਕ ਰਿਵਿਊ ਨਾਲ ਮੈਂ ਸਾਰਾ ਚੈਪਟਰ ਤੁਹਾਨੂੰ ਜਿਹੜਾ ਹੈ ਉਹ ਕਵਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਰਿਕੁਐਸਟ ਹੈ ਕਿ ਮੇਰੇ ਜਿਹੜਾ ਨੈਕਸਟ ਲੈਕਚਰ ਹੈ ਦੈਟ ਇਜ਼ ਬੇਸਡ ਔਨ MCQs ਆਫ ਦਿਸ ਚੈਪਟਰ। ਉਸ ਤੋਂ ਪਹਿਲੇ ਤੁਸੀਂ ਇੱਕ ਵਾਰ ਆਪਣੀ ਬੁੱਕ ਤੋਂ ਇਹ ਪੂਰਾ ਚੈਪਟਰ ਗੋ ਥਰੂ ਕਰ ਲੋਗੇ ਤਾਂ ਕਿ MCQs ਨੂੰ ਸਮਝਣ ਵਿੱਚ ਤੁਹਾਨੂੰ ਸਹੂਲੀਅਤ ਹੋਵੇ। So with this, please work hard and thank you very, very much.